हर एक काम बिजनेस कारोबार ਸਾਰੇ ਬੜੇ ਮੁਸ਼ਕਿਲ ਹੋ ਗਏ ਆ। ਐਵਨ ਕਿ ਜੇ ਆਪਾਂ ਗੱਲ ਕਰੀਏ ਕਿ ਇੰਡੀਆ ਤੋਂ ਵੀ ਆਉਣਾ ਜਾਣਾ ਬਹੁਤ ਬੰਦਿਆਂ ਦਾ ਜਿਹੜਾ ਕਿ ਇਸ ਵੇਲੇ ਬੰਦ ਹੀ ਪਿਆ। ਤੁਹਾਨੂੰ ਪਤਾ ਕਿ ਫਲਾਈਟਾਂ ਜਿਹੜੀਆਂ ਬੰਦ ਪਈਆਂ ਇਸ ਵੇਲੇ, ਤੇ ਕੋਈ ਫਲਾਈਟਾਂ ਚੱਲਦੀਆਂ ਨਹੀਂ ਗਈਆਂ, ਕੇਵਲ ਚਾਰਟਰਡ ਫਲਾਈਟਾਂ ਜਿਹੜੀਆਂ ਉਹੀ ਉਹਨਾਂ ਦੀ ਆਵਾਜਾਈ ਹੈਗੀ ਆ। ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ। ਹਾਂਜੀ, ਜਾਂ ਤੁਹਾਨੂੰ ਇੱਥੇ ਆ ਕੇ ਕੁਆਰੰਟਾਈਨ ਕਰਨਾ ਪੈਂਦਾ ਵਾ, ਜਾਂ ਤੁਹਾਨੂੰ ਉੱਥੇ ਜਾ ਕੇ ਕਰਨਾ ਪੈਂਦਾ ਵਾ, ਜਾਂ ਤੁਹਾਨੂੰ ਫਿਰ ਕਈ ਜਿਹੜੇ ਰੈੱਡ ਕੰਟਰੀ ਨੇ ਉਹਨਾਂ ਦੇ ਵਿੱਚੋਂ ਜੋ ਵਾਪਸ ਆਉਂਦੇ ਆ ਤੁਸੀਂ, ਤੁਹਾਨੂੰ 1750 ਪਾਉਂਡ ਤੇ ਉਹ ਦੇਣਾ ਪੈਂਦਾ ਆ। ਬਾਕੀ ਏਅਰਪੋਰਟਾਂ ਦੇ ਆ ਕੇ ਵੀ ਚੈਕਿੰਗ ਜਿਹੜੀ ਤੁਹਾਨੂੰ ਕਰਾਉਣੀ ਪੈਂਦੀ ਆ। ਕੀ ਕਹਿਣਾ ਚਾਹੋਗੇ? ਮੈਂ ਇਹੀ ਕਹੂੰਗਾ ਜੀ, ਟਰੈਵਲ ਮੇਰੇ ਭੈਣਾਂ ਭਰਾਵਾਂ ਨੂੰ ਘੱਟ ਤੋਂ ਘੱਟ ਕਰਨੀ ਚਾਹੀਦੀ ਆ। ਸ਼ਾਇਦ ਮੇਰੇ ਲਈ ਸੌਖਾ ਹੋਵੇ, ਪਰ ਮੇਰੇ ਲਈ ਇੰਨਾ ਸੌਖਾ ਨਹੀਂ ਹੈਗਾ। ਅਸੀਂ ਵੀ ਜ਼ਰੂਰ ਆਪਣੇ ਮੁਲਕ 'ਚ ਜਾਣਾ ਚਾਹੁੰਦੇ ਹਾਂ, ਜਾਂ ਉੱਧਰ ਕਿਤੇ ਵੀ ਬੱਚੇ ਵੀ ਜਾਣਾ ਚਾਹੁੰਦੇ ਆ। ਮਜਬੂਰੀ ਇਹ ਆ ਕਿ ਵੀ ਅਸੀਂ ਜਿੰਨਾ ਹੀ ਘੱਟ ਤੋਂ ਘੱਟ ਇਸ ਟਾਈਮ ਦੇ ਵਿੱਚ ਟਰੈਵਲ ਕਰਾਂਗੇ, ਸਾਡੇ ਸਾਰਿਆਂ ਲਈ ਚੰਗਾ ਆ। ਸਾਡੇ ਬੱਚਿਆਂ ਲਈ ਵੀ ਚੰਗਾ ਆ, ਸਾਡੇ ਲਈ ਵੀ ਚੰਗਾ ਆ, ਸਾਡੇ ਆਂਢੇ ਗੁਆਂਢੀਆਂ ਲਈ ਵੀ ਚੰਗਾ, ਕਿਉਂਕਿ ਅਸੀਂ ਪਤਾ ਨਹੀਂ ਸਾਨੂੰ ਲੱਗਦਾ ਕਿ ਅਸੀਂ ਦੂਜੇ ਕੋਲੋਂ ਕੀ ਲੈ ਲੈਣੇ, ਤੁਰੇ ਜਾਂਦੇ ਵੀ ਲੈ ਸਕਦੇ ਹਾਂ। ਵੈਸੇ ਜਿੰਨਾ ਹੀ ਬਚਾਅ ਕਰ ਲਈਏ ਉਨਾ ਹੀ ਚੰਗਾ ਹੈ ਜੀ। ਜੀ ਬਹੁਤ ਵਧੀਆ ਗੱਲ ਪਿਆਰੇ ਦਰਸ਼ਕੋ, ਸਰਦਾਰ ਕੇਵਲ ਸਿੰਘ ਜੀ ਉਹਨਾਂ ਨੇ ਗੱਲ ਆਖੀ ਆ ਕਿ ਜਿੰਨਾ ਵੀ ਅਸੀਂ ਬਚਾਅ ਕਰ ਲਈਏ ਨਾ, ਉਨਾ ਹੀ ਸਾਡੇ ਵਾਸਤੇ ਚੰਗਾ ਵਾ, ਕਿਉਂਕਿ ਬਚਾਅ ਦੇ ਵਿੱਚ ਹੀ ਬਚਾਅ ਹੁੰਦਾ ਆ। ਹਮੇਸ਼ਾ ਹੀ ਆਪਾਂ ਬਚਾਅ ਕਰੀਏ ਤਾਂ ਫਿਰ ਹੀ ਆਪਾਂ ਬਚੇ ਰਹਾਂਗੇ। ਗੁਰਜਿੰਦਰ ਸਿੰਘ ਜੀ, ਮੈਂ ਤੁਹਾਡੇ ਵੱਲ ਆਵਾਂ। ਕਾਫੀ ਟਾਈਮ ਹੋ ਗਿਆ ਕਿ ਆਪਾਂ ਦਰਸ਼ਕਾਂ ਦੇ ਸਵਾਲ ਜਵਾਬ ਜਿਹੜੇ ਉਹ ਵੀ ਨਹੀਂ ਦੇ ਸਕੇ, ਤੇ ਰੂਬਰੂ ਆਪਾਂ ਨਹੀਂ ਹੋ ਸਕੇ ਦਰਸ਼ਕਾਂ ਦੇ, ਕਿਉਂਕਿ ਕਈ ਵਿੱਚ ਕਾਰਨ ਐਸੇ ਬਣ ਗਏ ਸੀਗੇ ਕਿ ਜਿਹੜੇ ਆਪਾਂ ਸਟੂਡੀਓ ਦੇ ਵਿੱਚ ਨਹੀਂ ਸੀ ਆ ਸਕਦੇ, ਤੇ ਪ੍ਰੋਗਰਾਮ ਵੀ ਜਿਹੜੇ ਆਪਾਂ ਘਰਾਂ ਤੋਂ ਹੀ ਉਹ ਪ੍ਰੋਗਰਾਮ ਕੀਤੇ ਨੇ। ਲੇਕਿਨ ਅੱਜ ਮੈਂ ਕਹਿੰਦਾ ਬੜਾ ਦਿਨ ਵੀ ਚੰਗਾ, ਭਾਗਾਂ ਵਾਲਾ ਹੀ ਲੱਗਦਾ ਤੇ ਜਿਹੜਾ ਆਪਾਂ ਇੱਥੇ ਸਟੂਡੀਓ ਦੇ ਵਿੱਚ ਅੱਜ ਸਾਡੇ ਪਿਆਰੇ ਦਰਸ਼ਕਾਂ ਦੇ ਜਵਾਬ ਦੇਣ ਵਾਸਤੇ, ਮਸਲੇ ਹੱਲ ਕਰਨ ਵਾਸਤੇ ਬੈਠੇ ਹਾਂ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਆਈ ਥਿੰਕ ਆਈ ਮੀਨ ਲੁੱਕ ਰਿਸਟ੍ਰਿਕਸ਼ਨਾਂ ਸੀਗੀਆਂ ਸਾਡੇ ਤੇ ਵੀ, ਤੁਹਾਡੇ ਤੇ ਵੀ, ਸੋ ਮਜਬੂਰੀ ਸੀਗੀ ਵੀ ਸਾਨੂੰ ਘਰੋਂ ਹੀ ਕਰਨਾ ਪੈ ਰਿਹਾ ਸੀਗਾ ਸ਼ੋਅ। ਕਈ ਆਈ ਥਿੰਕ 1-2 ਸ਼ੋਅ ਆਪਾਂ ਘਰੋਂ ਕੀਤੇ, ਬਾਕੀ ਆਪਾਂ ਲਗਾਤਾਰ ਟਰਾਈ ਕੀਤੀ ਸੀ ਵੀ ਆਫਿਸ ਤੋਂ ਕਰਨ ਦੀ, ਬਟ ਕਈ ਵਾਰੀ ਟੈਕਨੀਕਲ ਇਸ਼ੂ ਆ ਜਾਂਦੇ ਆ, ਇੰਟਰਨੈਟ ਨਹੀਂ ਚੱਲਦਾ, ਜਾਂ ਆਪਾਂ ਕਿਸੇ ਹੋਰ ਚੀਜ਼ ਦੇ ਆਪਾਂ ਕੋਈ ਅੜਚਨ ਆ ਜਾਂਦੀ ਹੈ ਜਿਹਦੇ ਕਾਰਨ ਆਪਾਂ ਨਹੀਂ ਕਰ ਸਕਦੇ। ਪਰ ਹੁਣ ਆਪਾਂ ਡਿਸਾਈਡ ਕਰ ਲਿਆ ਵੀ ਹੁਣ ਰਿਸਟ੍ਰਿਕਸ਼ਨਾਂ ਹੌਲੀ ਹੌਲੀ ਲਿਫਟ ਹੋ ਰਹੀਆਂ। ਸੋ ਉਮੀਦ ਇਹੀ ਹੈ ਵੀ ਹਰੇਕ ਹਫ਼ਤੇ ਆਪਾਂ ਤੁਹਾਡੇ ਨਾਲ ਇਸੇ ਸਮੇਂ ਐਵਰੀ ਵੀਕ ਤੁਹਾਡੇ ਨਾਲ ਜੁੜਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ। ਜੀ ਬਿਲਕੁਲ ਪਿਆਰੇ ਦਰਸ਼ਕੋ, ਜਿਵੇਂ ਗੁਰਜਿੰਦਰ ਸਿੰਘ ਜੀ ਕਹਿ ਰਿਹਾ ਕਿ ਹੋਪਫੁਲੀ, ਵੈਸੇ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਇੱਥੋਂ ਦੀ ਸਰਕਾਰ ਨੇ ਕਿ 19 ਜਿਹੜੀ ਜੁਲਾਈ ਹੈਗੀ ਆ, ਤੇ ਉਹਦੇ ਤੱਕ ਇਹ ਤਕਰੀਬਨ ਕਾਫੀ ਕੁਝ ਖੋਲ ਦੇਣਗੇ। ਲੇਕਿਨ ਕੇਵਲ ਸਿੰਘ ਜੀ, ਜਿਵੇਂ ਆਪਾਂ ਗੱਲ ਕਰੀਏ ਕਿ ਗੱਲ ਇੱਕ ਬੜੀ ਮੁਸ਼ਕਿਲ ਆ ਰਹੀ ਹੈ ਕਿ ਜਿਹੜੇ ਕੇਸ ਇਸ ਵੇਲੇ ਨਾ ਉਹ ਇਸ ਵੇਲੇ ਵੱਧ ਰਹੇ ਆ ਜਿਹੜੇ, ਤੇ ਹੁਣ ਤੁਸੀਂ ਲਾਸਟ ਕੱਲ੍ਹ ਦਾ ਵੀ ਦੇਖ ਲਓ, ਤਕਰੀਬਨ 22-23,000 ਕੇਸ ਜਿਹੜਾ ਸੀਗਾ ਉਹ ਕੱਲ੍ਹ ਦਾ ਵੀ ਸੀਗਾ, ਤੇ ਡੈਥ ਜਿਹੜੀਆਂ ਉਹ ਵੀ ਕੁਝ ਵੱਧ ਗਈਆਂ ਅੱਗੇ ਨਾਲੋਂ। ਤੇ ਕੀ ਇਹ ਸੰਭਵ ਹੋ ਸਕੇਗਾ ਕਿ 19 ਤਰੀਕ ਨੂੰ ਜਾਂ 19 ਜੁਲਾਈ ਨੂੰ ਵੀ ਇਹ ਜਿਹੜਾ ਓਪਨ ਲਈ ਪੂਰਾ ਕੁਝ ਹੋ ਸਕੇਗਾ? ਦੇਖੋ ਜੀ, ਉਮੀਦ ਤਾਂ ਹੈ ਖੋਲ ਦੇਣਗੇ, ਪਰ ਲੇਕਿਨ ਗਵਰਨਮੈਂਟ ਨੂੰ ਬੜੀਆਂ ਚੀਜ਼ਾਂ ਸੋਚ ਸਮਝ ਕੇ ਡਾਕਟਰਾਂ ਦੀ ਐਡਵਾਈਸ ਦੇ ਨਾਲ ਹੀ ਖੋਲਣੀਆਂ ਚਾਹੀਦੀਆਂ ਹੈਗੀਆਂ। ਮੈਂ ਵੀ ਇਹੀ, ਉਹ ਸਾਨੂੰ ਵੀ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਗਵਰਨਮੈਂਟ ਦੀ ਸਪੋਰਟ ਕਰਨੀ ਚਾਹੀਦੀ, ਜਾਂ ਕਿਸੇ ਵੀ ਮੁਲਕ ਦੀ ਹੈ ਜੋ ਉਹ ਸੋਚਦੀ ਆ, ਵੱਡੇ ਟੈਕਨੀਸ਼ੀਅਨਾਂ ਨਾਲ ਜਾਂ ਵੱਡੇ ਡਾਕਟਰ ਜਿਹੜੇ ਹੈਗੇ ਆ, ਸਾਇੰਟਿਸਟ ਹੈਗੇ ਆ, ਉਹ ਉਹਨਾਂ ਨੂੰ ਸਲਾਹ ਦਿੰਦੇ ਆ, ਉਸ ਹਿਸਾਬ ਦੇ ਨਾਲ ਹੀ ਸਾਨੂੰ ਚੱਲਣਾ ਚਾਹੀਦਾ। ਜੇ ਅਸੀਂ ਸਾਰਿਆਂ ਦਾ ਬਚਾਅ ਕਰਨਾ ਆ, ਸਾਨੂੰ ਚੰਗਾ ਨਹੀਂ ਲੱਗਦਾ ਕਈ ਵਾਰ ਅਸੀਂ ਜਾਂ ਕਿਸੇ ਸਰਕਾਰ ਨੂੰ ਨਹੀਂ ਪਸੰਦ ਕਰਦੇ, ਕਿਸੇ ਵਜ੍ਹਾ ਦੇ ਨਾਲ ਉਹਨੂੰ ਚੰਗਾ ਮਾੜਾ ਕਹਿੰਦੇ ਹੈਗੇ ਆ, ਪਰ ਹਰ ਮੁਲਕ ਦੀ ਸਰਕਾਰ ਆਪਣੇ ਪਬਲਿਕ ਵਾਸਤੇ ਚੰਗਾ ਹੀ ਸੋਚਦੀ ਆ, ਕਿਉਂਕਿ ਅਸੀਂ ਇਲੈਕਟ ਕੀਤੀ ਹੈ। ਬਿਲਕੁਲ, ਬਹੁਤ ਸੋਹਣੀ ਗੱਲ ਕੇਵਲ ਸਿੰਘ ਜੀ ਉਹਨਾਂ ਨੇ ਕਹੀ ਆ ਕਿ ਹਰ ਸਰਕਾਰਾਂ ਜਿਹੜੀਆਂ ਆਪਣੀ ਪਬਲਿਕ ਵਾਸਤੇ ਹਮੇਸ਼ਾ ਚੰਗਾ ਸੋਚਦੀਆਂ ਨੇ, ਤੇ ਤੁਸੀਂ ਵੀ ਚੰਗੇ ਦੇ ਨਾਲ ਚੰਗਾ ਹੀ ਬਣ ਕੇ ਆਪਾਂ ਚੱਲੀਏ। ਰਿਸਟ੍ਰਿਕਸ਼ਨਾਂ ਜਿਹੜੀਆਂ ਹੈਗੀਆਂ ਚਲੋ ਹੌਲੀ ਹੌਲੀ ਨਿਕਲ ਜਾਣਗੀਆਂ। ਆਪਾਂ ਨੂੰ ਤਕਰੀਬਨ ਸਾਲ, ਸਵਾ ਸਾਲ, 1.5 ਸਾਲ ਦੇ ਲਾਗੇ ਹੋਣ ਵਾਲਾ ਆ, ਤੇ ਇਸ ਵੇਲੇ ਤੁਸੀਂ ਦੇਖੋ ਕਿ ਉਦੋਂ ਦੇ ਆਪਾਂ ਬਹੁਤ ਵੇਟ ਕਰੀ ਜਾ ਰਹੇ ਹਾਂ, ਉਹਦੇ ਵੇਟ ਦੇ ਵਿੱਚ ਹੀ ਭਲਾ ਆ। ਸੋ ਪਿਆਰੇ ਦਰਸ਼ਕੋ, ਗੱਲਾਂ ਬਾਤਾਂ ਵੀ ਅਸੀਂ ਨਾਲ ਕਰਦੇ ਜਾਵਾਂਗੇ। ਆਓ ਤੁਸੀਂ ਸਾਨੂੰ ਕਾਲ ਕਰੋ, ਤੁਹਾਡਾ ਕੋਈ ਐਸਾ ਮਸਲਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੋਈ ਮਸਲਾ ਲਟਕ ਗਿਆ ਵਾ, ਕੋਈ ਹੱਲ ਨਹੀਂ ਹੋ ਰਿਹਾ ਇਸ ਵੇਲੇ, ਤੁਹਾਨੂੰ ਕੋਈ ਸੁਝਦਾ ਨਹੀਂ ਵੀ ਉਹਨੂੰ ਕੀ ਕਰੀਏ, ਅਸੀਂ ਕਿੱਥੇ ਜਾਈਏ, ਤੇ ਆਓ ਇਸ ਵੇਲੇ ਸਿੱਖ ਚੈਨਲ ਦੀ ਪੂਰੀ ਟੀਮ, ਕੇਬਲ ਐਂਡ ਸੋਲਿਸਟਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਉਹ ਦੇਣਗੇ ਜੀ। ਤੁਹਾਡਾ ਕੋਈ ਐਸਾ ਮਸਲਾ ਤੁਸੀਂ ਹੁਣ ਇੰਡੀਆ ਤੋਂ ਮੰਗਵਾਉਣਾ ਚਾਹੁੰਦੇ ਹੋ ਕਿਸੇ ਨੂੰ, ਜਾਂ ਯੂਰਪ ਦੇ ਹੁਣ ਕੀ ਕਾਨੂੰਨ ਹੋ ਗਏ ਨੇ 30 ਜੂਨ ਤੋਂ ਬਾਅਦ, ਉਹਨਾਂ ਵਿੱਚ ਕੀ ਚੇਂਜਿੰਗ ਆਈ ਹੈ, ਕੀ ਬਦਲਾਅ ਆਇਆ, ਆਪਾਂ ਇਹ ਵੀ ਗੱਲਾਂ ਬਾਤਾਂ ਕਰਾਂਗੇ। ਤੁਸੀਂ 0121-380-1051 ਤੇ ਤੁਸੀਂ ਕਾਲ ਕਰਕੇ ਆਓ, ਸਾਨੂੰ ਸਵਾਲ ਜ਼ਰੂਰ ਪੁੱਛੋ। ਸੌਰੀ, ਮੈਂ ਦੁਬਾਰਾ ਫਿਰ ਇੱਕ ਵਾਰ ਨੰਬਰ ਰਿਪੀਟ ਕਰਦੇ ਹਾਂ ਜੀ, 1013801050।
1050 ਨੰਬਰ ਤੁਸੀਂ ਮੇਰੇ ਖਿਆਲ ਤੋਂ ਕਾਫੀ ਯੂਰਪ ਦੇ ਵਿੱਚ ਵੀ ਆਲ ਵਰਲਡ ਦੇ ਵਿੱਚ ਵੀ ਸਿੱਖ ਚੈਨਲ ਦਾ ਨੰਬਰ ਬੜਾ ਸਭ ਨੂੰ ਚੇਤੇ ਯਾਦ ਵੀ ਹੋਏਗਾ, ਲੇਕਿਨ ਫਿਰ ਵੀ ਸਕਰੀਨ ਦੇ ਉੱਤੇ ਆ ਰਿਹਾ ਜੀ। ਤੁਸੀਂ ਜਿਹੜਾ ਸਟੂਡੀਓ ਦਾ ਨੰਬਰ ਹੈ ਜੀ ਉਹਦੇ ਉੱਤੇ ਤੁਸੀਂ ਕਾਲ ਕਰਨੀ ਆ। 2 ਨੰਬਰ ਆ ਰਹੇ ਹੋਣਗੇ। ਇੱਕ ਨੰਬਰ ਜਿਹੜਾ ਸਾਡੇ ਕੇਬਲ ਐਂਡ ਸੋਲਿਸਟਰ ਉਹਨਾਂ ਦਾ ਹੈ, ਲੇਕਿਨ ਉਹ ਤੁਸੀਂ ਸ਼ੋਅ ਤੋਂ ਬਾਅਦ ਕਰ ਸਕਦੇ ਹੋ ਜਾਂ ਕਿਸੇ ਦਿਨ ਵੀ ਕਰ ਸਕਦੇ ਹੋ ਉਹਨਾਂ ਦੇ ਨਾਲ ਸੰਪਰਕ। ਤੇ ਇੱਕ ਨੰਬਰ ਜਿਹੜਾ 0121 ਹੈ 380 1050, ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਜਵਾਬ ਤੁਸੀਂ ਜ਼ਰੂਰ ਲਓ ਜੀ। ਕੀ ਮਸਲਾ ਤੁਹਾਡਾ ਰੁਕ ਗਿਆ ਵਾ, ਕੀ ਇੱਥੇ ਆ ਕੇ ਤੁਹਾਨੂੰ ਤੁਸੀਂ ਵਰਕ ਪਰਮਿਟ ਤੇ ਵੀ ਆਏ ਹੋ, ਅੱਗੇ ਵੀ ਤੁਹਾਨੂੰ ਜਿਹੜਾ ਬੜੀ ਮੁਸ਼ਕਲ ਆ ਰਹੀ ਹੈ ਕਿ ਹੁਣ ਵਰਕ ਪਰਮਿਟ ਦਾ ਜਿਹੜਾ ਉਹ ਅੱਗੇ ਰਿਨਿਊ ਨਹੀਂ ਤੁਹਾਡਾ ਹੋ ਰਿਹਾ, ਜਾਂ ਤੁਹਾਡਾ ਮਾਲਕ ਦਾ ਆਉਂਦਾ ਰਿਹਾ ਉਹ ਤੁਹਾਨੂੰ ਅੱਗੇ ਦੇ ਨਹੀਂ ਰਿਹਾ, ਤੇ ਉਹਦੇ ਵਿੱਚ ਕੀ ਮਸਲਾ ਹੁਣ ਹੋਏਗਾ, ਜਾਂ ਸਟੂਡੈਂਟ ਬੇਸ ਤੇ ਤੁਸੀਂ ਆਏ ਹੋ, ਕਿਹੜੇ ਤੁਸੀਂ ਇੱਥੇ ਆ ਕੇ ਕੋਰਸ ਕਰ ਸਕਦੇ ਹੋ, ਕਿਹੜੇ ਲਾਅ ਜਿਹੜੇ ਤੁਹਾਡੇ ਹੱਕ ਦੇ ਵਿੱਚ ਨੇ। ਕਿਉਂਕਿ ਇਹ ਵੀ ਜਿਵੇਂ ਗੱਲ ਕਰ ਰਹੇ ਸੀ ਗੁਰਜਿੰਦਰ ਸਿੰਘ ਜੀ, ਜੇ ਆਪਾਂ ਗੱਲ ਕਰੀਏ ਤੇ ਮੇਰੇ ਖਿਆਲ ਕਿ ਜਿਹੜੇ ਸਟੂਡੈਂਟ ਇੱਥੇ ਆ ਰਹੇ ਆ ਤੇ ਸਟੂਡੈਂਟਸ ਨੂੰ ਵੀ ਕਾਫੀ ਜਿਹੜੀਆਂ ਛੋਟਾਂ ਜਿਹੜੀਆਂ ਦੇ ਦਿੱਤੀਆਂ ਕਿ ਉਹ ਵੀ ਸਵਿਚ ਕਰ ਸਕਦੇ ਆ ਕਿਸੇ ਵੀ ਵਰਕ ਦੇ ਵਿੱਚ। ਇਹ ਜ਼ਰੂਰ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਉਹ ਕੰਮ ਕੋਈ ਵੀ ਹੋਵੇ ਉਹਦੇ ਵਿੱਚ ਉਹ ਸਵਿਚ ਕਰ ਸਕਦੇ। ਨਹੀਂ, ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਵੀ ਕੰਮ ਹੋਵੇ। ਸਟੂਡੈਂਟ ਦਾ ਇਸ ਤਰ੍ਹਾਂ ਹੈਗਾ ਵੀ ਉਹ ਐਸ ਲੌਂਗ ਐਸ ਆਪਣੀ ਪੜ੍ਹਾਈ ਪੂਰੀ ਕਰ ਲੈਣ ਜਾਂ 3 ਮਹੀਨੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਆਪਣਾ ਸਵਿਚ ਕਰ ਸਕਦੇ ਆ ਜੀ। ਜੇ ਉਹਨਾਂ ਨੇ ਸਵਿਚ ਕਰਨਾ ਵਰਕ ਪਰਮਿਟ 'ਚ ਉਹਦੇ ਫਾਇਦੇ ਵੀ ਆ। ਉਹਦੇ 'ਚ ਇਹ ਆ ਵੀ 5 ਸਾਲ ਉਹ ਵਰਕ ਪਰਮਿਟ ਦੇ ਵਿੱਚ ਰਹਿਣਗੇ ਤਾਂ ਪੂਰੀ ਫਿਰ ਤੇ ਪੱਕੇ ਹੋ ਸਕਦੇ ਆ। ਇੰਡੈਫੀਨਿਟ ਲੀਵ ਉਹਨਾਂ ਨੂੰ ਮਿਲ ਸਕਦੀ ਹੈ ਜਿਹੜਾ ਕਿ ਸਟੂਡੈਂਟ ਵੀਜ਼ੇ ਤੇ ਨਹੀਂ ਮਿਲਦੀ। ਕੰਮ ਜਿਹੜਾ ਹੈਗਾ ਉਹ ਸਕਿਲਡ ਵਰਕ ਹੋਣਾ ਚਾਹੀਦਾ। ਸੋ ਸਰਕਾਰ ਜਿਹੜੀ ਹੈ ਉਹ ਕਾਫੀ ਇੱਕ ਲੰਬੀ ਚੌੜੀ ਲਿਸਟ ਅਪਡੇਟ ਕਰਦੀ ਰਹਿੰਦੀ ਹੈ ਵੀ ਉਹ ਕਿਹੜੀ ਜੌਬਾਂ ਨੂੰ ਸਮਝਦੀ ਹੈ ਵੀ ਸਕਿਲਡ ਵਰਕ ਹੁੰਦੀਆਂ। ਸੋ ਜਿਸ ਤਰ੍ਹਾਂ ਕਿ ਜਿਹੜਾ ਸਕਿੱਲ ਲੈਵਲ ਹੈਗਾ ਉਹ ਕਾਫੀ ਹੁਣ ਰਿਡਿਊਸ ਕਰ ਦਿੱਤਾ ਹੈ। ਸੋ ਉਹ ਕਹਿੰਦੇ ਆ ਵੀ ਤੁਸੀਂ ਬਿਊਟੀਸ਼ੀਅਨ ਮੈਨੇਜਰ ਦੇ ਤੌਰ ਤੇ ਵੀ ਇੱਥੇ ਕੰਮ ਕਰ ਸਕਦੇ ਆ। ਪਲਾਸਟਰ ਬਿਲਡਿੰਗ ਟ੍ਰੇਡ 'ਚ ਤੁਸੀਂ ਕੰਸਟਰਕਸ਼ਨ ਤੁਸੀਂ ਕਰ ਸਕਦੇ ਆ, ਹੀਟਿੰਗ ਇਲੈਕਟ੍ਰੀਕਲ ਵੀ ਕਰ ਸਕਦੇ ਆ, ਫਾਰਮਰ ਵੀ ਤੁਸੀਂ ਕਰ ਸਕਦੇ ਆ ਜੀ। ਸੋ ਬਹੁਤ ਸਾਰੀ ਇਸ ਤਰ੍ਹਾਂ ਦੀ ਜੌਬਾਂ ਹੈਗੀਆਂ ਜਿਹੜੀ ਪਹਿਲਾਂ ਨਹੀਂ ਸੀਗੀ ਸਪਾਂਸਰਸ਼ਿਪ ਦੇ ਲਾਇਕ, ਪਰ ਹੁਣ ਹੈਗੀਆਂ। ਆਈ ਮੀਨ ਸ਼ੌਪਕੀਪਰ ਵੀ ਹੁਣ ਤੁਸੀਂ ਸ਼ੌਪਕੀਪਰ ਦੇ ਤੌਰ ਤੇ ਵੀ ਆ ਸਕਦੇ। ਸ਼ੌਪਕੀਪਰ ਦੇ ਤੌਰ ਤੇ ਤੁਸੀਂ ਆ ਵੀ ਸਕਦੇ ਆ, ਇੱਥੇ ਸਵਿਚ ਵੀ ਕਰ ਸਕਦੇ ਜੀ। ਤੇ ਇਹਦੇ ਵਿੱਚ ਜਿਵੇਂ ਤੁਸੀਂ ਨਾਂ ਲਿਆ ਜਿਹੜਾ ਕਾਫੀ ਤੁਸੀਂ ਪ੍ਰੋਗਰਾਮਾਂ ਆਪਣੇ ਜਿਹੜੇ ਹੈਗੇ ਆ ਕੈਟਾਗਰੀਆਂ ਜਿਹੜੀਆਂ ਉਹ ਤੁਸੀਂ ਕਾਫੀ ਨਾਂ ਲਿਆ ਉਹਨਾਂ ਕੈਟਾਗਰੀਆਂ ਦਾ, ਤੇ ਉਹਦੇ ਵਿੱਚ ਕੋਈ ਇਹ ਜਦੋਂ ਇੰਡੀਆ ਤੋਂ ਕਿਸੇ ਨੇ ਆਉਣਾ ਹੋਵੇ ਤੇ ਉਹਨੂੰ ਕੋਰਸ ਕਰਨਾ ਪਏਗਾ ਜਾਂ ਐਕਸਪੀਰੀਅੰਸ ਸਰਟੀਫਿਕੇਟ ਉਹਦੇ ਕੋਲ ਚਾਹੀਦਾ ਹੈ? ਨਹੀਂ, ਐਕਸਪੀਰੀਅੰਸ ਦਿਖਾਉਣਾ ਪੈਂਦਾ। ਸੋ ਜਿਹੜਾ ਸਪਾਂਸਰ ਆ, ਜਿਹੜਾ ਬੰਦਾ ਸੱਦ ਰਿਹਾ, EMPLOYER ਆ, ਹੁਣ ਜ਼ਾਹਿਰ ਆ ਵੀ ਕੋਈ EMPLOYER ਆ ਉਹ ਕਿਸੇ ਨੂੰ ਅਗਰ ਜੌਬ ਦੇਣਾ ਚਾਹੂਗਾ ਤਾਂ ਉਹਨੇ ਇੰਟਰਵਿਊ ਤਾਂ ਅਗਲੇ ਦੀ ਲਈ ਹੋਏਗੀ। ਸੋ ਉਹਦੇ 'ਚ ਕੁਛ ਇਸ ਤਰ੍ਹਾਂ ਦੀ ਕੋਈ ਚੀਜ਼ ਦਿਸੀ ਹੋਏਗੀ ਵੀ ਜਿਹਦੇ ਬੇਸ ਤੇ ਉਹ ਚਾਹੁੰਦਾ ਹੋਏਗਾ ਵੀ ਮੈਨੂੰ ਇਸ ਬੰਦੇ ਨੂੰ ਮੈਂ ਜੌਬ ਤੇ ਰੱਖਾਂ। ਕਈ ਵਾਰੀ ਇਸ ਤਰ੍ਹਾਂ ਵੀ EMPLOYERS ਨੂੰ ਫੇਸ ਹੁੰਦਾ ਹੈ ਵੀ ਇੱਥੇ ਉਹਨਾਂ ਨੂੰ ਸਕਿੱਲਸ ਦੀ ਸ਼ੋਰਟੇਜ ਮਿਲਦੀ ਹੈ ਵੀ ਜੇ ਕੋਈ ਕੰਸਟਰਕਸ਼ਨ ਕੰਪਨੀ ਹੈ ਸ਼ਾਇਦ ਉਹਨਾਂ ਨੂੰ ਮੈਸਤਰੀ ਨਹੀਂ ਉਸ ਕੈਪੇਬਿਲਿਟੀ ਦਾ ਮਿਲਦਾ ਇੱਥੇ UK 'ਚ, ਜਾਂ ਕੋਈ ਹੋਰ ਟ੍ਰੇਡ ਹੈ ਕਿ ਸਕਿੱਲਸ ਦੀ ਸ਼ੋਰਟੇਜ ਹੈ ਜਿਸ ਤਰ੍ਹਾਂ ਨਰਸਿਸ ਦੀ ਜਾਂ ਟੀਚਰਾਂ ਦੀ। ਸੋ ਜਿੱਥੇ ਸਕਿੱਲਸ ਦੀ ਸ਼ੋਰਟੇਜ ਹੋਵੇ ਉਹ ਫਿਰ ਉਸ ਚੀਜ਼ ਦਾ ਲਾਭ ਲੈ ਸਕਦੇ ਆ। ਬਾਹਰੋਂ ਆਪਾਂ ਉਹ ਵਰਕਫੋਰਸ ਮੰਗਾ ਸਕਦੇ ਹਾਂ ਜੀ। ਕੇਵਲ ਸਿੰਘ ਜੀ, ਜਿਵੇਂ ਕਿ ਯੂਰਪ ਦੇ ਵਿੱਚੋਂ ਬਹੁਤ ਸਾਰੇ ਪਰਿਵਾਰ, ਬਹੁਤ ਸਾਰੀਆਂ ਫੈਮਲੀਆਂ ਇੱਥੇ ਆ ਕੇ ਸੈਟਲਡ ਹੋ ਚੁੱਕੀਆਂ ਨੇ ਜੀ, ਲੇਕਿਨ ਕੁਝ ਫੈਮਲੀਆਂ ਉੱਥੇ ਰਹਿ ਵੀ ਗਈਆਂ ਨੇ ਜਿਹੜੀਆਂ ਯੂਰਪ ਦੇ ਵਿੱਚ, ਜਿਨ੍ਹਾਂ ਨੂੰ ਜਾਣ ਤਾਂ ਲਾ ਲਓ ਕਿ ਉਹਨਾਂ ਦਾ ਪਾਸਪੋਰਟ ਨਹੀਂ ਬਣਿਆ ਜੀ, ਉਹਨਾਂ ਕੋਲ ਇੰਡੀਅਨ ਹੀ ਪਾਸਪੋਰਟ ਸੀਗਾ, ਉਹ ਇਸ ਚੀਜ਼ ਦਾ ਲਾਹਾ ਨਹੀਂ ਲੈ ਸਕੇ ਤੇ ਜਿਹੜੇ ਕੁਝ ਆ ਉਹ ਲਾਹਾ ਲੈ ਗਏ। ਤੁਸੀਂ ਜਿਹੜੇ ਉਧਰ ਬੈਠੇ ਨੇ ਔਰ ਉਹਨਾਂ ਦੇ ਮਨ 'ਚ ਹੁੰਦੀ ਆ ਵੀ ਅਸੀਂ ਕਿਸੇ ਤਰ੍ਹਾਂ UK ਜਾਈਏ, ਅਸੀਂ ਵੀ ਉੱਥੇ ਸੈਟਲ ਹੋਈਏ। ਮੈਂ ਜ਼ਿਆਦਾ ਉੱਥੇ ਦੇ ਲੋਕਾਂ ਦੇ ਨੂੰ ਮਿਲ ਕੇ ਵੀ ਪੁੱਛਿਆ ਕਿ ਜੇ ਕੰਮਕਾਰ ਤੁਹਾਡਾ ਉੱਥੇ ਵੀ ਸੈੱਟ ਆ, ਇਟਲੀ ਲਾ ਲਓ, ਜਰਮਨ ਲਾ ਲਓ, ਸਪੇਨ ਲਾ ਲਓ, ਕੋਈ ਵੀ ਮੁਲਕ ਲਾ ਲਓ, ਤੇ UK ਨੂੰ ਉਹ ਜ਼ਿਆਦਾ ਆਉਂਦੇ ਨੇ, ਇੱਥੇ ਆਉਂਦੇ ਨੇ ਜ਼ਿਆਦਾ ਪਰਿਵਾਰ ਹਿੱਤ ਕਰਕੇ। ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕੀ ਕਾਰਨ ਹੈ ਵੀ ਇਸ UK ਦੇ ਵਿੱਚੋਂ ਜ਼ਿਆਦਾ ਆ ਰਿਹਾ? ਮੇਰੇ ਹਿਸਾਬ ਨਾਲ ਸ਼ਾਇਦ ਮੈਂ UK ਦੇ ਵਿੱਚ ਰਹਿਣਾ ਕਰਕੇ ਆਪਣੇ ਪਰਿਵਾਰ ਦੇ ਨਾਲ ਜੀ UK ਇਜ਼ ਨੰਬਰ 1। ਅੱਛਾ, ਸਾਰੀ ਦੁਨੀਆ 'ਚ ਨੰਬਰ 1 ਆ। ਮੇਰੀ ਲਾਈਫ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਨੰਬਰ 1 ਆ। ਮੇਰੀ ਲਾਈਫ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੀ ਮੈਂ ਬਾਕੀ ਵੀ ਦੁਨੀਆ ਦੇ ਵਿੱਚ ਜਾ ਕੇ ਦੇਖਿਆ, ਯੂਰਪ ਦੇ ਵਿੱਚ ਜਾ ਕੇ ਦੇਖਿਆ ਉਹਨਾਂ ਦਾ ਰਹਿਣਾ ਸੋਹਣਾ, ਉਹਨਾਂ ਨੂੰ ਕੀ ਫੈਸਿਲਿਟੀਆਂ ਆ, ਕਾਨੂੰਨ ਦੀਆਂ, ਪੁਲਿਸ ਦੀਆਂ ਕਿੱਦਾਂ ਹੈਗਾ, ਇੱਥੇ ਵਧੀਆ ਆ।
ਸਾਰੇ ਇੰਡੀਆ ਦੇ ਵਿੱਚ ਵੀ ਤੁਸੀਂ ਕਹੀ ਇੰਡੀਆ ਵੀ ਵਧੀਆ ਸਾਡਾ ਮੁਲਕ ਆ, ਅਸੀਂ ਉੱਥੇ ਪੈਦਾ ਹੋਏ ਆ, ਮੈਂ ਉਹਨੂੰ ਨਿੰਦਦਾ ਨਹੀਂ ਹੈਗਾ, ਪਰ ਮੈਂ ਤੁਹਾਨੂੰ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਜੋ ਸਮਝ ਦੇ ਹਿਸਾਬ ਨਾਲ ਦੱਸ ਸਕਦਾ ਕਿ ਇੰਗਲੈਂਡ ਨੰਬਰ 1 ਆ। ਇੱਥੇ ਮੈਡੀਕਲ ਵਧੀਆ ਜੀ, ਐਜੂਕੇਸ਼ਨ ਦਾ ਬੈਸਟ ਜੀ। ਇਸ ਮੁਲਕ ਦੀ ਐਜੂਕੇਸ਼ਨ ਦੁਨੀਆ 'ਚ ਕਿਤੇ ਵੀ ਚੱਲ ਜਾ ਰੈਕਗਨਾਈਜ਼ ਆ, ਅੱਖਾਂ ਮੀਟ ਕੇ ਰੈਕਗਨਾਈਜ਼ ਆ ਜੀ, ਹੈ ਜੀ। ਤੇ ਫਿਰ ਫੈਸਿਲਿਟੀ ਵੀ ਇੱਥੇ ਜ਼ਿਆਦੇ ਆ, ਜਿੱਦਾਂ ਹੁਣ ਇਹਨਾਂ ਨੇ ਖੋਲ੍ਹਿਆ ਹੈਗਾ ਕਿ ਵੀ ਪੱਕੇ ਕਰਨੇ ਦਾ ਤਰੀਕਾ ਵੀ ਹੈਗਾ ਆ। ਜੇ ਸਾਡੇ ਭੈਣ ਭਰਾ ਨੇ ਇਹਦਾ ਐਡਵਾਂਟੇਜ ਟੇਕ ਕਰਨ, ਹੁਣ ਜਿੱਦਾਂ ਹੁਣ ਜਿਹੜਾ ਮੈਂ ਪੰਜਾਬੀ ਦੀ ਭਾਸ਼ਾ 'ਚ ਕਹਿਣ ਲੱਗਾ, ਕਿਸੇ ਭਰਾਵਾਂ ਨੂੰ ਚੰਗਾ ਨਹੀਂ ਲੱਗਣਾ ਕਿ ਅਸੀਂ ਸੁੱਤੇ ਰਹਿ ਜਾਂਦੇ ਹਾਂ ਹੈ ਜੀ। ਯੂਰਪ ਦੇ ਵਿੱਚ ਸਾਡੇ ਇੰਨੇ ਭੈਣ ਭਰਾ ਆ ਕਿ ਜਿਹੜੇ ਉਹ ਇੱਥੇ ਆ ਸਕਦੇ ਸੀ ਜੀ। ਹੁਣ ਉਹਨਾਂ ਨੇ ਰੌਲੀ ਪਾਉਣੀ, ਯਾਰ ਅਸੀਂ ਨਹੀਂ ਗਏ, ਸਾਡੇ ਲਈ ਦੱਸੋ ਅਸੀਂ ਕੀ ਕਰੀਏ, ਇਹ ਕਰੀਏ ਉਹ ਕਰੀਏ। ਜਦੋਂ ਚਿੜੀਆਂ ਚੁੱਗ ਗਈਆਂ ਖੇਤ ਤੇ ਫਿਰ ਬਾਅਦ ਦੇ ਵਿੱਚ ਰੌਲਾ ਪਾਉਣ ਦਾ ਕੀ ਲੋੜ ਹੈਗੀ ਆ? ਫਿਰ ਉਹ ਤਾਂ ਕਹਿੰਦੇ ਵੀ ਹੁਣ ਜਿਹੜਾ ਇਹਨਾਂ ਨੇ ਸਹੂਲਤ ਖੋਲੀ ਆ, ਹੁਣ ਸਾਡੇ ਭੈਣ ਭਰਾ ਘੱਟ ਫਾਇਦਾ ਉਠਾਉਣ ਡਏ ਆ। ਆਮ ਸੌਰੀ ਟੂ ਸੇ ਜੀ। ਯਾਨੀ ਕਿ ਸਾਨੂੰ ਰੇਸ ਲਾਉਣੀ ਚਾਹੀਦੀ ਜੀ। ਜੇ ਰੇਸ ਲਾਵਾਂਗੇ ਤਾਂ ਹੀ ਮੂਹਰੇ ਜਾਵਾਂਗੇ, ਜੇ ਰੇਸ ਹੀ ਨਹੀਂ ਲਾਵਾਂਗੇ ਤਾਂ ਪਹੁੰਚਾਂਗੇ ਕਿੱਦਾਂ? ਜੇ ਸੁੱਤੇ ਰਹਿ ਗਏ ਤਾਂ ਫਿਰ ਇਹ ਵੀ ਟਾਈਮ ਲੰਘ ਜਾਣਾ ਆ। ਫਿਰ ਅਸੀਂ ਕਹਿਣਾ ਯਾਰ ਅਸੀਂ ਰਹਿ ਗਏ ਆ, ਅਸੀਂ ਕੁਝ ਹੋਰ ਕਰ ਸਕਦੇ ਆ। ਜਿੱਦਾਂ ਹੁਣ ਅਸੀਂ ਆਪਣੇ ਬਜ਼ੁਰਗਾਂ ਨੂੰ ਪਹਿਲਾਂ ਕੋਈ ਪੈਸਾ ਤਾਂ ਭੇਜਦੇ ਨਹੀਂ ਹੈਗੇ, ਉਹਨਾਂ ਦੀ ਕੋਈ ਲੁਕਿੰਗ ਆਫਟਰ, ਫਿਰ ਬਾਅਦ 'ਚ ਕਹਿੰਦੇ ਜੀ ਅਸੀਂ ਉਹਨਾਂ ਨੂੰ ਇੱਥੇ ਮੰਗਾਉਣਾ ਆ। ਕੋਈ ਸਹੀ ਤਰੀਕਾ ਨਹੀਂ ਕਰਦੇ, ਕਿਸੇ ਤੋਂ ਸਹੀ ਸਲਾਹ ਨਹੀਂ ਲੈਂਦੇ। ਔਰ ਸਾਨੂੰ ਜਿੱਦਾਂ ਹੁਣ ਅਸੀਂ ਹਰੇਕ ਵੀਕ ਤਕਰੀਬਨ ਆਉਂਦੇ ਆ, ਇਹ ਕਹਿੰਦੇ ਆ ਅਸੀਂ ਫ੍ਰੀ ਸਲਾਹ ਦਿੰਦੇ ਆ। ਜੇ ਹੁਣ ਉਹਨਾਂ ਨੇ ਆਪਣੇ ਮਾਂ-ਬਾਪ ਹੀ ਮੰਗਾਉਣੇ, ਜੇ ਹੁਣ ਤੋਂ ਹੀ ਲੱਗੂਗੇ 2-4 ਸਾਲ ਦੇ ਪੈਸੇ ਭੇਜੂਗੇ, ਗਾਂ ਉਹਨਾਂ ਦਾ ਕੇਸ ਤਾਂ ਸੋਲਿਡ ਹੋਊਗਾ ਨਾ, ਕੇਸ ਸੋਲਿਡ ਹੋ ਜਾਊਗਾ। ਬਿਲਕੁਲ ਤੁਸੀਂ ਇਹ ਗੱਲ ਬਹੁਤ ਸੋਹਣੀ ਕਹੀ ਆ ਕਿ ਜਿੱਦਾਂ ਸਾਡੇ ਯੂਰਪ ਦੇ ਵਿੱਚ ਕਈ ਬਹੁਤ ਪਰਿਵਾਰ ਐਸੇ ਰਹਿ ਗਏ ਜਿਹੜੇ ਕਿ ਹੁਣ ਉਹ ਪਛਤਾਉਣਗੇ। ਹਾਂਜੀ, ਹੁਣ ਉਹ ਗੱਲ ਕਰਨਗੇ ਵੀ ਅਸੀਂ ਯੂਕੇ ਦੇ ਵਿੱਚ ਜਾ ਕੇ ਕਿਉਂ ਨਹੀਂ ਸੈੱਟ ਹੋਏ। ਸੋ ਪਿਆਰੇ ਦਰਸ਼ਕੋ, ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਇਮੀਗ੍ਰੇਸ਼ਨ ਸ਼ੋਅ, ਇਸ ਵੇਲੇ ਤੁਹਾਡੇ ਲੈ ਕੇ ਅਸੀਂ ਲਾਈਵ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਜੀ। ਆਓ ਸਾਨੂੰ ਸਵਾਲ ਜ਼ਰੂਰ ਕਰੋ ਕਿ ਤੁਹਾਡਾ ਕੋਈ ਮਸਲਾ ਤੁਸੀਂ ਕੋਈ ਇੰਡੀਆ ਤੋਂ ਮੰਗਾਉਣਾ ਚਾਹੁੰਦੇ ਹੋ, ਕੋਈ ਆਪਣੇ ਬੱਚੇ ਨੂੰ, ਤੁਹਾਡਾ ਕੋਈ ਬੱਚਾ ਉੱਧਰ ਰਹਿ ਗਿਆ ਵਾ, ਤੁਸੀਂ ਆਪ ਇੱਥੇ ਸੈਟਲ ਹੋ ਗਏ ਹੋ, ਜਾਂ ਤੁਹਾਡਾ ਯੂਰਪ ਦੇ ਵਿੱਚ ਕੋਈ ਰਹਿ ਗਿਆ ਵਾ, ਉਹਦਾ ਹੁਣ ਕੀ ਤਰੀਕਾ ਵਾ, ਹੁਣ ਕੀ ਹੱਲ ਹੋ ਸਕਦਾ ਆ, ਜਾਂ ਕੋਈ ਤੁਹਾਡਾ ਸਿਆਣਾ ਰਹਿ ਗਿਆ ਇੰਡੀਆ ਦੇ ਵਿੱਚ, ਉਹ ਇਕੱਲਾ ਉੱਥੇ ਰਹਿ ਰਿਹਾ, ਕੋਈ ਦੇਖਭਾਲ ਉਹਦੀ ਕਰ ਨਹੀਂ ਸਕਦਾ ਤੇ ਉਹ ਆਂਢੀਆਂ ਗੁਆਂਢੀਆਂ ਦੇ ਸਹਾਰੇ ਆ, ਤੁਸੀਂ ਉਹਨਾਂ ਨੂੰ ਇੱਧਰ ਮੰਗਾਉਣਾ ਚਾਹੁੰਦੇ ਹੋ, ਜਾਂ ਇਦਾਂ ਦੇ ਤੁਹਾਡੇ ਕੋਈ ਮਸਲੇ ਆ ਕਿ ਇੱਥੇ ਆ ਕੇ ਤੁਹਾਡਾ ਵਿਆਹ ਵੀ ਹੋ ਗਿਆ, ਤੁਸੀਂ ਵਿਆਹ ਹੋ ਕੇ ਵੀ ਆ ਗਏ ਹੋ, ਫਿਰ ਤੁਹਾਡੇ ਵਿੱਚ ਜਿਹੜਾ ਪਾਰਟੀਸ਼ਨ ਹੋ ਗਿਆ ਵਾ, ਤੁਸੀਂ ਉਸ ਨੂੰ ਕਿਸ ਤਰ੍ਹਾਂ ਫਿਰ ਲੀਹ ਤੇ ਲਿਆ ਸਕਦੇ ਹੋ, ਤੁਸੀਂ ਕਿਸ ਤਰ੍ਹਾਂ ਇੱਥੇ ਦਾ ਲਾਭ ਉਠਾ ਸਕਦੇ ਹੋ। ਆਓ ਜੀ, ਸਾਨੂੰ ਫੋਨ ਜ਼ਰੂਰ ਕਰੋ ਜੀ, 0121 380 1050 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜ਼ਰੂਰ ਇਹ ਪ੍ਰੋਗਰਾਮ ਦਾ ਲਾਭ ਜ਼ਰੂਰ ਉਠਾਓ। ਮੈਂ ਤੇ ਜ਼ਰੂਰ ਸਾਡੇ ਪਿਆਰੇ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਦੇਖੋ, ਤੁਹਾਡੇ ਵਾਸਤੇ ਅਸੀਂ ਇਹ ਐਡਵਾਈਸ ਇੱਕ ਬਹੁਤ ਵਧੀਆ ਐਡਵਾਈਸ ਹੈ, ਔਰ ਕਈਆਂ ਨੇ ਮਸਲੇ ਦੇ ਵਿੱਚ ਹੱਲ ਕੀਤੇ ਨੇ ਤੇ ਕਰਵਾ ਵੀ ਲਏ ਨੇ। ਸੋ ਇਸ ਕਰਕੇ ਇਸ ਪ੍ਰੋਗਰਾਮ ਦਾ ਆਪਾਂ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਈਏ ਜੀ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਾਲ ਕਰਕੇ ਜੇ ਕੋਈ ਸਦਨਾਵਾ ਜਾਂ ਕਿੱਦਾਂ ਦੀਆਂ ਮੁਸ਼ਕਲਾਂ ਤੁਹਾਡੀਆਂ, ਜ਼ਰੂਰ ਸਾਨੂੰ ਕਾਲ ਕਰੋ ਜੀ। ਤੁਸੀਂ ਅਗਰ ਯੂਰਪ ਦੇ ਵਿੱਚੋਂ ਕਾਲ ਕਰਨੀ ਹੈ ਤੇ 0044 ਇਹ ਅੱਗੇ ਲਾ ਲਿਓ, ਫਿਰ 121 380 1050 ਤੇ ਤੁਸੀਂ ਸਾਨੂੰ ਕਾਲ ਕਰੋ ਜੀ। ਵਕੀਲ ਸਾਹਿਬ ਜੀ, ਗੁਰਜਿੰਦਰ ਸਿੰਘ ਜੀ, ਹਾਂਜੀ, ਮੈਂ ਇੱਕ ਗੱਲ ਸਭ ਤੋਂ ਪਹਿਲਾਂ, ਕਿਉਂਕਿ ਜਿਹੜੀ ਤਾਜ਼ੀ ਹੁਣੇ ਹੋ ਕੇ ਹਟੀ ਆ, ਜਿਵੇਂ ਆਪਾਂ ਗੱਲ ਕਰੀਏ ਬਈ 30 ਜੂਨ ਤੱਕ ਇੱਥੇ ਦੀ ਸਰਕਾਰ ਨੇ ਇੱਕ ਬਹੁਤ ਵਧੀਆ ਮੌਕਾ ਜਿਹੜਾ ਦਿੱਤਾ ਹੋਇਆ ਸੀਗਾ ਕਿ ਤੁਸੀਂ ਆਪਣੇ ਐਲਡਰਲੀ ਜਿਹੜੇ ਹੈਗੇ ਆ ਜਾਂ ਆਪਣੇ ਪੇਰੈਂਟਸ ਜਿਹੜੇ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਮੰਗਾ ਸਕਦੇ ਹੋ। ਤੁਹਾਡੇ ਮੁਤਾਬਕ ਹੁਣ ਇਹ ਉਹ ਤਰੀਕ ਵੀ ਜਿਹੜੀ ਲੰਘ ਗਈ ਆ 30 ਜੂਨ, ਤੁਹਾਨੂੰ ਪਤਾ ਕਿੰਨੇ ਕੁ ਸਾਡੇ ਵੀਰਾਂ ਨੇ ਜਾਂ ਸਾਡੇ ਪਰਿਵਾਰਾਂ ਨੇ ਇਹ ਚੀਜ਼ ਦਾ ਲਾਭ ਲਿਆ ਵਾ, ਜਾਂ ਇਹ ਤੋਂ ਅੱਗੇ ਆਉਣ ਵਾਲਾ ਕਾਨੂੰਨ ਜਿਹੜਾ ਉਹ ਕੀ ਆਊਗਾ, ਇਹਦੇ ਬਾਰੇ ਸਾਡੇ ਪਿਆਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਮੈਂ ਕੱਲ੍ਹ ਹੀ ਖਬਰ ਪੜ੍ਹ ਰਿਹਾ ਸੀਗਾ ਵੀ ਸਰਕਾਰ ਦੇ ਸਟੈਟਿਸਟਿਕਸ ਦੇ ਹਿਸਾਬ ਨਾਲ ਕੋਈ 1 ਲੱਖ ਬੰਦਾ ਆ ਜਿਹੜਾ ਯੂਕੇ 'ਚ ਫਿਲਹਾਲ ਇਸ ਵੇਲੇ ਰਹਿ ਰਹੇ ਆ, ਜਿਨ੍ਹਾਂ ਨੇ ਪ੍ਰੀ ਸੈਟਲ ਜਾਂ ਸੈਟਲ ਸਟੇਟਸ ਅਪਲਾਈ ਨਹੀਂ ਕੀਤੀ। ਅੱਛਾ, 1 ਲੱਖ ਬੰਦਾ ਜੀ। ਸੋ ਉਹ ਜਿਹੜੇ 1 ਲੱਖ ਬੰਦੇ ਹੈਗੇ ਆ, ਉਹਨਾਂ ਨੇ ਅੰਦਾਜ਼ੇ ਨਾਲ ਕਹੇ ਆ ਵੀ 1 ਲੱਖ ਬੰਦੇ, ਉਹਨਾਂ ਦੇ ਅੰਦਾਜ਼ੇ ਨਾਲ ਜਾਈਏ ਤਾਂ ਉਹ ਤਾਂ ਸੋਚਦੇ ਸੀ ਕੋਈ 3.5 ਮਿਲੀਅਨ ਯੂਰਪੀਅਨ ਲੋਕੀ ਇੱਥੇ ਰਹਿ ਰਹੇ ਆ ਜੀ, ਜਿੱਥੇ ਕਿ ਕੋਈ 5.5 ਮਿਲੀਅਨ ਐਪਲੀਕੇਸ਼ਨਾਂ ਗਈਆਂ ਸੀਗੀਆਂ ਜੀ। ਸੋ ਆਈ ਥਿੰਕ ਅੰਡਰ ਐਸਟੀਮੇਟ ਹੈਗਾ ਜੀ, ਰਾਈਟ, ਜ਼ਿਆਦਾ ਹੀ ਹੋਣਗੇ। ਸੋ ਉਹ ਆ ਜਾਂਦੀ ਹੈ ਹੁਣ ਵੀ, ਉਹ ਇੱਕ ਤਰ੍ਹਾਂ ਦੇ ਹੁਣ ਕੱਚੇ ਹੋ ਗਏ ਨੇ ਜੀ, ਰਾਈਟ। ਸੋ ਜੇ ਉਹਨਾਂ ਨੇ ਪ੍ਰੀ ਸੈਟਲ ਜਾਂ ਸੈਟਲ ਸਟੇਟਸ ਨਹੀਂ ਅਪਲਾਈ ਕੀਤੀ ਆਪਣੀ ਜੀ, ਜਿਹੜਾ ਉਹਨਾਂ ਦਾ ਬੈਨੀਫਿਟਸ ਇੰਟਾਈਟਲਮੈਂਟ ਆ ਉਹ ਚੱਲ ਜਾਂਦਾ ਜੀ। ਜਿਹੜਾ ਰਾਈਟ ਟੂ ਰੈਂਟ ਆ, ਮਤਲਬ ਕਿ ਜਿਹੜਾ ਅਸੀਂ ਹੱਕ ਰੱਖਦੇ ਆ ਕੋਈ ਪ੍ਰਾਪਰਟੀ ਰੈਂਟ ਤੇ ਲੈਣ ਨੂੰ, ਉਹ ਵੀ ਚੱਲ ਜਾਂਦਾ ਜੀ ਜੀ। ਰਾਈਟ ਟੂ ਵਰਕ, ਮਤਲਬ ਕੰਮ ਕਰਨ ਦੀ ਜਿਹੜੀ ਸਾਨੂੰ ਪਰਮਿਸ਼ਨ ਆ, ਉਹ ਵੀ ਚਲੇ ਜਾਂਦੀ ਆ ਜੀ। ਜੇ ਉਹ ਇੰਗਲੈਂਡ ਹੁਣ ਛੱਡ ਕੇ ਜਾਣਗੇ, ਮੁੜ ਕੇ ਉਹਨਾਂ ਨੂੰ ਫਿਰ ਪ੍ਰੋਬਲਮ ਆਏਗੀ, ਮੁੜ ਕੇ ਪ੍ਰੋਬਲਮ ਆਏਗੀ। ਯਾ ਸੋ ਤੁਹਾਡਾ ਕਹਿਣ ਤੋਂ ਭਾਵ ਵੀ ਕਈ ਇੱਥੇ ਪਰਿਵਾਰ ਇਦਾਂ ਦੇ ਆ ਜਿਹੜੇ ਆ ਤਾਂ ਗਏ ਆ ਜੀ,
ਪਰ ਉਹਨਾਂ ਨੇ ਅਗਲੀ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਕੀਤੀ ਨਹੀਂ ਉਹ ਨਹੀਂ ਕੀਤੀ ਹੈ ਜੀ। ਬਹੁਤ ਸੋਹਣੀ ਗੱਲ ਪਿਆਰੇ ਦਰਸ਼ਕੋ, ਗੁਰਜਿੰਦਰ ਸਿੰਘ ਜੀ ਸਾਡੇ ਵਕੀਲ ਸਿੱਖ ਚੈਨਲ ਦੇ, ਤੇ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਗੱਲ ਕੀਤੀ ਹੈ ਕਿ ਸਾਡੇ ਵੀਰ ਯੂਰਪ ਦੇ ਵਿੱਚੋਂ ਆ ਤੇ ਗਏ ਨੇ ਪਰਿਵਾਰ ਇੱਥੇ ਆ ਕੇ, ਲੇਕਿਨ ਉਹਨਾਂ ਦੇ ਕੋਲ ਇੰਨੀ ਘਾਟ ਹੈ ਕਿ ਉਹ ਪੁੱਛ ਨਹੀਂ ਸਕੇ ਵੀ ਹੁਣ ਕਿਸ ਤਰ੍ਹਾਂ ਅਪਲਾਈ ਕਰਨਾ ਜਾਂ ਕੀ ਕਰਨਾ ਵਾ। ਉਹਨਾਂ ਦੇ ਭਾਣੇ ਤੇ ਆ ਵੀ ਅਸੀਂ ਹੁਣ ਯੂਕੇ ਦੇ ਵਿੱਚ ਆ ਗਏ ਆ, ਠੀਕ ਹੈ, ਸਾਨੂੰ ਐਂਟਰੀ ਮਿਲ ਗਈ ਆ ਤੇ ਅਸੀਂ ਇੱਥੇ ਦੇ ਪੱਕੇ ਆ ਜੀ। ਸੋ ਇਹ ਗੱਲ ਨਹੀਂ ਹੁੰਦੀ ਕਦੇ ਵੀ। ਤੁਸੀਂ ਆ ਕੇ ਵਕੀਲ ਸਾਹਿਬ ਨੂੰ ਮਿਲੋ, ਮਿਲ ਕੇ ਦੱਸੋ ਵੀ ਅਸੀਂ ਹੁਣ ਯੂਰਪ ਦੇ ਵਿੱਚੋਂ ਆ ਗਏ ਆ ਤੇ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਵਾ। ਅਸੀਂ ਉਸ ਹਿਸਾਬ ਦੇ ਨਾਲ ਜੋ ਸਾਨੂੰ ਅੱਗੇ ਕਰਨਾ ਚਾਹੀਦਾ, ਅਸੀਂ ਵਕੀਲ ਸਾਹਿਬ ਨੂੰ ਮਿਲ ਕੇ ਜ਼ਰੂਰ ਅਸੀਂ ਉਹ ਫਾਰਮ ਭਰੀਏ ਜਿਹਦੇ ਨਾਲ ਸਾਨੂੰ ਇੱਥੇ ਸੈਟਲਮੈਂਟ ਸਾਡੀ ਹੋ ਜਾਏ ਔਰ ਸਾਨੂੰ ਜਿਹੜਾ ਇੱਥੇ ਪੱਕੇ ਤੌਰ ਤੇ ਰਹਿਣ ਦਾ ਵੀਜ਼ਾ ਜਿਹੜਾ ਸਾਨੂੰ ਆ ਉਹ ਮਿਲ ਜਾਵੇ। ਸੋ ਉਹਦੇ ਵਾਸਤੇ ਤੁਸੀਂ ਕਦੇ ਵੀ ਘੋਲ ਨਾ ਕਰੋ। ਹੁਣ ਵੀ ਕਈ ਪਰਿਵਾਰ ਐਸੇ ਨੇ ਜਿਹੜੇ ਕਿ ਇੱਥੇ ਰਹਿ ਰਹੇ ਨੇ, ਉਹਨਾਂ ਦੇ ਵਾਸਤੇ ਵੀ ਇੱਕ ਓਪਰਚੁਨਿਟੀ ਹੈ, ਇੱਕ ਮੌਕਾ ਹੈ ਉਹਨਾਂ ਦੇ ਵਾਸਤੇ ਵੀ। ਤੁਸੀਂ ਜ਼ਰੂਰ ਵਕੀਲ ਸਾਹਿਬ ਜੀ ਦੇ ਨਾਲ ਰਾਬਤਾ ਕਾਇਮ ਜ਼ਰੂਰ ਕਰੋ ਤੇ ਇਸ ਚੀਜ਼ ਦਾ ਤੁਸੀਂ ਫਾਇਦਾ ਜ਼ਰੂਰ ਉਠਾਓ। ਮੇਰਾ ਖਿਆਲ ਜੀ ਮੇਰੇ ਨਾਲ ਰਾਣਾ ਮਲ ਜੀ ਜੁੜੇ ਹੋਏ ਨੇ ਜਰਮਨ ਤੋਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਤੁਹਾਡਾ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ। ਇਮੀਗ੍ਰੇਸ਼ਨ ਦਾ ਸ਼ੋਅ ਇਸ ਵੇਲੇ ਚੱਲ ਰਿਹਾ। ਕੋਈ ਤੁਸੀਂ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਤੁਸੀਂ ਆਪਣੇ ਕੋਈ ਸਵਾਲ ਕਰਨਾ ਜੀ? ਹਾਂਜੀ ਭਾਜੀ, ਮੈਂ ਥੋੜਾ ਜਿਹਾ ਪੁੱਛਣਾ ਸੀ। ਅਸੀਂ ਆਪ ਆ ਗਏ ਯੂਕੇ, ਇੱਥੇ ਜਰਮਨ ਤੋਂ ਆ ਕੇ ਇੱਥੇ ਸੈਟਲ ਹੋਏ ਆ। ਅੱਛਾ ਜੀ। ਫ੍ਰੀ ਸੈਟਲਮੈਂਟ ਵਗੈਰਾ ਸਾਰਾ ਕੁਝ ਹੋ ਗਿਆ। ਅੱਛਾ ਜੀ। ਤੇ ਮੇਰੇ ਮਦਰ ਦਾ ਮੈਂ ਅਪਲਾਈ ਕੀਤਾ ਆ। ਉਹ ਉਦਾਂ ਉਹਨਾਂ ਕੋ ਇਮੀਗ੍ਰੈਂਟ ਹੈਗੇ ਆ ਆਪਣੇ ਦੇ ਇਟਲੀ ਦੇ, ਜੀ, ਤੇ ਹੁਣ ਇਸ ਸਮੇਂ ਇੰਡੀਆ ਗਏ ਆ ਜੀ। ਤੇ ਇੰਡੀਆ ਤੋਂ ਫਲਾਈਟਾਂ ਬੰਦ ਹੋਣ ਕਰਕੇ ਤੇ ਉਹ ਹਲੇ ਆ ਨਹੀਂ ਸਕਦੇ, ਪਰ ਐਮਬੈਸੀ 'ਚ ਅਸੀਂ ਉਹਨਾਂ ਦਾ ਕੇਸ ਅਪਲਾਈ ਕਰ ਦਿੱਤਾ ਤੇ ਉਹਦੇ ਤੇ ਪੁੱਛਣਾ ਸੀ ਅੱਗੇ ਕੀ ਪ੍ਰੋਸੀਜਰ ਹੋਊਗਾ। ਤੁਸੀਂ ਇਦਾਂ ਹੀ ਲਾਈਨ ਤੇ ਬਣੇ ਰਹੋ। ਹਾਂਜੀ ਗੁਰਜਿੰਦਰ ਸਿੰਘ ਜੀ। ਭਾਜੀ, ਜਿਹੜੇ ਯੂਰੋਪੀਅਨ ਨੈਸ਼ਨਲ ਸੀਗੇ, ਜਦੋਂ ਆਪਣੇ ਕਿਸੇ ਵੀ ਪਰਿਵਾਰ ਮੈਂਬਰ ਨੂੰ ਮੰਗਾਉਂਦੇ ਸੀਗੇ, ਸੋ ਆਪਣੇ ਨਾ ਦੋ ਫੈਮਿਲੀ ਪਰਮਿਟਸ ਹੁੰਦੇ ਸੀਗੇ, ਦੋ ਤਰ੍ਹਾਂ ਦੇ। ਇੱਕ ਹੁੰਦਾ ਸੀ EU ਸੈਟਲਮੈਂਟ ਸਕੀਮ ਫੈਮਿਲੀ ਪਰਮਿਟ, ਤਾਂ ਇੱਕ ਸੀਗਾ EEA ਫੈਮਿਲੀ ਪਰਮਿਟ, ਹੈ ਨਾ। ਜਿਹੜਾ EEA ਫੈਮਿਲੀ ਪਰਮਿਟ ਆ, ਉਹਦੇ 'ਚ ਇਹ ਪੰਗਾ ਆ ਵੀ ਜੇ ਵੀਜ਼ਾ ਲੱਗਦਾ ਆ ਤਾਂ ਤੁਹਾਡੇ ਕੋਲ ਸਿਰਫ 30 ਜੂਨ ਤੱਕ ਹੀ ਸਹੂਲਤ ਸੀਗੀ ਵੀ ਜਿਹੜਾ ਤੁਸੀਂ ਫਲਾਈਟ ਫੜ ਕੇ ਇੱਥੇ ਆ ਸਕਦੇ ਆ। ਉਹ 30 ਜੂਨ ਤੋਂ ਬਾਅਦ ਫਲਾਈਟ ਟਰੈਵਲ ਪਰਪਸਿਸ ਵਾਸਤੇ ਬੰਦ ਆ, ਰਾਈਟ। ਜੇ EU ਸੈਟਲਮੈਂਟ ਸਕੀਮ ਵਾਲੀ ਤੁਸੀਂ ਐਪਲੀਕੇਸ਼ਨ ਲਾਈ ਆ, ਉਹ ਪੈਂਡਿੰਗ ਆ ਜਾਂ ਹਲੇ ਲੱਗ ਗਈ ਆ ਪਰ ਅਗਲਾ ਟਰੈਵਲ ਨਹੀਂ ਕਰ ਪਾਇਆ, ਉਹ ਠੀਕ ਹੈ, ਤੁਸੀਂ ਉਹਦੇ ਤੇ ਫਿਰ ਬਾਅਦ 'ਚ ਵੀ ਆ ਸਕਦੇ ਆ। ਠੀਕ ਹੈ ਜੀ, ਜਾਨੀ ਅਸੀਂ ਅਪਲਾਈ ਕਰ ਦਿੱਤਾ ਹੈ ਐਮਬੈਸੀ ਦੇ ਵਿੱਚ, ਉਹਨਾਂ ਦੇ ਪੇਪਰ ਜਮ੍ਹਾਂ ਹੋ ਗਏ ਤੇ ਉਹਨੇ 2 ਮੰਥ ਦਾ ਟਾਈਮ ਦਿੱਤਾ ਆ ਤੇ ਹੁਣ ਮੇਬੀ 3 ਵੀਕ ਹੋ ਗਏ ਆ ਪੇਪਰ ਜਿਹੜੇ ਆ ਐਮਬੈਸੀ 'ਚ ਇੰਡੀਆ ਦੇ ਵਿੱਚ ਲਾਏ ਨੂੰ। ਹਾਂਜੀ, ਤੁਸੀਂ ਇਹ ਦੇਖ ਲਿਓ ਭਾਜੀ ਵੀ ਤੁਸੀਂ ਅਪਲਾਈ ਕਿਹੜੀ ਚੀਜ਼ ਦਾ ਕੀਤਾ ਹੈ। EU ਸੈਟਲਮੈਂਟ ਸਕੀਮ ਦਾ ਹੀ ਅਪਲਾਈ ਕੀਤਾ ਹੈ ਫੈਮਿਲੀ ਪਰਮਿਟ ਜਾਂ ਦੂਸਰਾ? ਹਾਂਜੀ, ਇਹ ਜਿੱਦਾਂ ਮੇਰੇ ਕੋਲ ਯੂਰਪੀਅਨ ਜਰਮਨ ਦੀ ਨੈਸ਼ਨੈਲਿਟੀ ਆ ਤੇ ਮੇਰੇ ਮਦਰ ਕੋਲ ਇੰਡੀਅਨ ਪਾਸਪੋਰਟ ਆ, ਪਰ ਉਹਨਾਂ ਕੋਲ ਇਟਲੀ ਦੇ ਜਾਨੀ 5 ਈਅਰ ਦੇ ਜਿੱਦਾਂ ਪੇਪਰ ਹੈਗੇ ਉੱਥੇ ਦੇ ਮੇਰੇ ਬੇਸ ਤੇ ਜਿੱਦਾਂ ਸੈਟਲ ਹੋਏ ਸੀ। ਮੇਰੇ ਮਦਰ ਇਕੱਲੇ ਹੀ ਆ। ਠੀਕ ਹੈ ਭਾਜੀ, as long as ਸੈਟਲਮੈਂਟ ਸਕੀਮ ਵਾਲੀ ਐਪਲੀਕੇਸ਼ਨ ਲਾਈ ਹੈ ਤੁਸੀਂ, ਕੋਈ ਟੈਨਸ਼ਨ ਨਹੀਂ ਹੈਗੀ, ਤੁਸੀਂ ਬਸ ਵੇਟ ਕਰਿਓ। ਠੀਕ ਹੈ ਜੀ, ਠੀਕ ਹੈ। ਜਾਨੀ 2 ਮੰਥ ਦਾ ਉਹਨੇ ਟਾਈਮ ਮੰਗਿਆ ਤੇ 2 ਮੰਥ ਤੋਂ ਬਾਅਦ ਕਿਉਂ ਫਲਾਈਟਾਂ ਬੰਦ ਆ, ਹਲੇ ਆ ਤਾਂ ਸਕਦੇ ਨਹੀਂ, ਤੇ ਫਿਰ ਉਹਦੇ ਵਾਸਤੇ ਕੋਈ ਨਾ ਕੋਈ ਇਹਨੀ ਸਹੂਲਤ ਤਾਂ ਕੱਢੀ ਹੋਣੀ ਨਾ ਜੀ। ਜੀ ਰਾਣਾ ਮਲ ਜੀ, ਬਹੁਤ ਬਹੁਤ ਤੁਹਾਡਾ ਅਸੀਂ ਸਵਾਗਤ ਹੀ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਜ਼ਰੂਰ ਉਠਾਇਆ ਜੀ, ਜਰਮਨ ਦੇ ਵਿੱਚੋਂ ਸਾਨੂੰ ਕਾਲ ਕਰਕੇ। ਤੇ ਕੁਝ ਹੋਰ ਵੀ ਤੁਹਾਡੇ ਕੋਲ ਸਵਾਲ ਹੋਣ ਤੁਸੀਂ ਪੁੱਛ ਸਕਦੇ ਆ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਮੈਂ ਇੱਕ ਆਪ ਜੀ ਨੂੰ ਜ਼ਰੂਰ ਬੇਨਤੀ ਕਰ ਦੇਵਾਂ ਕਿ ਤੁਸੀਂ ਕਾਲ ਜਿਹੜੀ ਕਰਨੀ ਆ ਜੀ ਉਹ ਸਾਡੇ ਸਟੂਡੀਓ ਦੇ ਨੰਬਰ ਤੇ ਕਰੋ। ਸਟੂਡੀਓ ਦਾ ਨੰਬਰ ਇੱਕ ਵਾਰ ਮੈਂ ਫਿਰ ਆਪ ਜੀ ਨੂੰ ਦੱਸ ਦੇਵਾਂ ਕਿ 0121 380 1050 ਇਹ ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜ਼ਰੂਰ ਆਪਣਾ ਜਿਹੜਾ ਸਵਾਲ ਹੈ ਜੀ ਉਹਦਾ ਜਵਾਬ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ। ਸਾਡੇ ਵਕੀਲ ਸਾਹਿਬ ਬਿਲਕੁਲ ਲਾਈਵ ਅੱਜ ਇਹ ਪ੍ਰੋਗਰਾਮ ਸ਼ੋਅ ਅਸੀਂ ਕਰ ਰਹੇ ਹਾਂ ਤੇ ਹਰ ਸ਼ੁੱਕਰਵਾਰ ਇਸੇ ਤਰ੍ਹਾਂ ਅਸੀਂ ਲਾਈਵ ਸ਼ੋਅ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਜੀ। ਸੋ ਇਸ ਸ਼ੋਅ ਦਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਓ, ਵੱਧ ਤੋਂ ਵੱਧ ਲਾਭ ਉਠਾਓ। ਜਿਹੜੇ ਸਵਾਲ ਤੁਸੀਂ ਪੁੱਛ ਸਕਦੇ ਹੋ, ਤੁਹਾਨੂੰ ਇਸ ਵੇਲੇ ਜਿਹੜਾ ਦੇਖੋ ਫ੍ਰੀ ਦੇ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ ਵੀ ਕੀ ਤੁਸੀਂ ਕਰਨਾ ਹੈ। ਤੇ ਆਪਾਂ ਉੱਦਾਂ ਕਿਸੇ ਵਕੀਲ ਨੂੰ ਕਰਦੇ ਹਾਂ, ਫੋਨ ਕਰਦੇ ਹਾਂ ਤੇ ਆਪਾਂ ਨੂੰ ਕਾਫੀ ਉਹਦੀ ਫੀਸ ਜਿਹੜੀ ਆ ਦੇਣੀ ਪੈਂਦੀ ਆ। ਲੇਕਿਨ ਸਾਡੇ ਵਕੀਲ ਜਿਹੜੇ ਨੇ ਉਹਨਾਂ ਨੇ ਇੱਕ ਲੋਕਾਂ ਦੇ ਭਲੇ ਦੇ ਹਿੱਤ ਹੀ
ਬਹੁਤ ਸਾਰੀਆਂ ਜਿਹੜੀਆਂ ਛੋਟਾਂ ਇਹਦੇ ਵਿੱਚ ਉਹਨਾਂ ਦਿੱਤੀਆਂ ਹੋਈਆਂ ਨੇ। ਸੋ ਕਰੋ ਸਾਨੂੰ ਫੋਨ ਜੀ, ਜ਼ਰੂਰ ਆਪਣਾ ਫੋਨ ਉਠਾਓ 0121 380 1050 ਤੇ ਤੁਸੀਂ ਕਾਲ ਕਰਕੇ ਜ਼ਰੂਰ ਆਪਣਾ ਜਿਹੜਾ ਤੁਹਾਡੇ ਕੋਲ ਕੋਈ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਕੋਈ ਤੁਹਾਡੇ ਕੋਲ ਸਵਾਲ ਹੈ ਜੀ, ਉਹ ਤੁਸੀਂ ਸਾਨੂੰ ਜ਼ਰੂਰ ਪੁੱਛੋ। ਗੁਰਜਿੰਦਰ ਸਿੰਘ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਹਾਂਜੀ 30 ਜੂਨ ਤੋਂ ਜਿਨ੍ਹਾਂ ਨੇ ਅੰਦਰ ਅਪਲਾਈ ਕਰ ਦਿੱਤਾ ਵਾ ਜੀ, ਸੋ ਉਹਨਾਂ ਨੂੰ ਕਿੰਨੀ ਕੁ ਵੇਟ ਕਰਨੀ ਪੈਗੀ ਇਸ ਚੀਜ਼ ਦੀ? ਜੀ ਕਹਿਣਾ ਔਖਾ ਆ। ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਸਰਕਾਰ ਦੱਸਦੀ ਹੈ ਉਹ ਕੋਈ 6 ਮਹੀਨੇ ਦਾ ਆਪਾਂ ਲੋਕਾਂ ਨੂੰ ਦੱਸਦੇ ਹੁੰਦੇ ਵੀ ਤੁਸੀਂ 6 ਮਹੀਨੇ ਲੈ ਕੇ ਚੱਲੋ ਜੀ। ਉਸ ਤੋਂ ਪਹਿਲਾਂ ਵੀ ਹੋ ਸਕਦਾ, ਬਾਅਦ 'ਚ ਵੀ ਹੋ ਸਕਦਾ। ਅਗੇਨ ਆਪਾਂ ਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਵੀ ਕਰੋਨਾ ਦਾ ਸਮਾਂ ਚੱਲਦਾ ਪਿਆ, ਹਜੇ ਵੀ ਕਈ ਜਿਹੜੇ ਹੋਮ ਆਫਿਸ ਦੇ ਮੁਲਾਜ਼ਮ ਆ ਉਹ ਘਰੋਂ ਹੀ ਕੰਮ ਕਰ ਰਹੇ ਆ ਜੀ, ਰਾਈਟ। ਹੁਣ ਅਸੀਂ ਵੀ ਘਰੋਂ ਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਪਤਾ ਕਿੰਨੀਆਂ ਮੁਸ਼ਕਿਲ ਸੋ ਡਿਲੇਜ਼ ਐਕਸਪੈਕਟਡ ਨੇ ਜੀ, ਡਿਲੇ ਹੋ ਸਕਦਾ ਆ। ਤੇ ਸੋ ਪਿਆਰੇ ਦਰਸ਼ਕੋ, ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂਗੀ। ਡਿਲੇ ਜ਼ਰੂਰ ਹੋ ਸਕਦਾ ਅਗਰ ਤੁਸੀਂ 30 ਜੂਨ ਤੋਂ ਪਹਿਲਾਂ ਆਪਣੇ ਪੇਰੈਂਟਸ ਦਾ ਜਿਹੜਾ ਤੁਸੀਂ ਅਪਲਾਈ ਕਰ ਦਿੱਤਾ ਹੈ ਤੇ ਵੇਟ ਕਰੋ। ਹਰ ਕੰਮ ਜਿਹੜਾ ਇਸ ਵੇਲੇ ਉਹ ਡਿਲੇ ਹੋ ਰਿਹਾ ਕਿ ਕਰੋਨਾ ਦੀ ਵਜ੍ਹਾ ਦੇ ਕਰਕੇ, ਔਰ ਇਹ ਤੋਂ ਬਾਅਦ ਅਗਲੇ ਜੇ ਖੁੱਲ ਜਾਏ ਤੇ ਪ੍ਰਮਾਤਮਾ ਕਰੇ ਤੇ ਖੁੱਲ ਜਾਏ। ਆਪਾਂ ਤਾਂ ਇਹੋ ਕਹਿੰਦੇ ਆ ਕਿ ਸਾਰਾ ਕੁਝ ਓਪਨ ਹੋ ਜਾਏ ਤੇ ਉਹਦਾ ਆਪਾਂ ਅਸੀਂ ਭਰਪੂਰ ਲਾਭ ਲੈ ਸਕੀਏ ਜੀ। ਗੁਰਜਿੰਦਰ ਸਿੰਘ ਜੀ, ਜਿਹੜੇ ਪਰਿਵਾਰ ਹੁਣ ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਲੇਕਿਨ ਉਹਨਾਂ ਦੇ ਮਾਂ-ਬਾਪ ਹੈਗੇ ਆ ਇੰਡੀਆ ਵਿੱਚ, ਕਈ ਆਪਾਂ ਜਾਂ ਇਦਾਂ ਕਹਿ ਲਈਏ ਵੀ ਸਿੱਧੇ ਤੌਰ ਤੇ ਵੀ ਕਈ ਸੁੱਤੇ ਰਹਿ। ਹਾਂਜੀ, ਸੁੱਤੇ ਦਾ ਮਤਲਬ ਹੁੰਦਾ ਕੇਵਲ ਸਿੰਘ ਜੀ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬੀਆਂ ਦਾ। ਸੋ ਕਾਲਰ ਪਹਿਲਾਂ ਆਪਾਂ ਇੱਕ ਲੈ ਲਈਏ ਜੀ ਕਾਲ, ਸਾਡਾ ਕਾਲਰ ਜੁੜ ਚੁੱਕੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ। ਮੈਂ ਇੱਥੋਂ ਨਹੀਂ ਸੁਣ ਸਕਦਾ। ਹੈਲੋ, ਤੁਸੀਂ ਸੁਣ ਸਕਦੇ ਹੋ? ਹੈਲੋ 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 ਹਾਂਜੀ, ਤੁਹਾਡੀ ਕਾਲ ਲੱਗ ਗਈ ਜੀ। ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ। ਕੀ ਪੁੱਛਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ ਕਿ ਮੇਰਾ ਮੁੰਡਾ ਇੰਡੀਆ ਹੈਗਾ ਤੇ ਮੈਂ ਸ਼ੋਅ ਦੇ ਉੱਤੇ ਗੱਲ ਕਰ ਰਿਹਾ ਲਾਈਵ, ਇਹਨਾਂ ਤੇ ਤੁਹਾਡੀ ਟੀਵੀ ਤੇ ਆ ਰਿਹਾ ਪ੍ਰੋਗਰਾਮ। ਜੀ ਲਾਈਵ ਕਰ ਰਹੇ, ਤੁਸੀਂ ਲਾਈਵ ਗੱਲ ਕਰ ਰਹੇ ਹੋ ਇਸ ਵੇਲੇ। ਹਾਂਜੀ, ਤੇ ਮੈਂ ਪਤਾ ਕਰਨਾ ਚਾਹੁੰਦਾ ਸੀਗਾ ਕਿ ਮੈਂ ਇੰਗਲੈਂਡ ਚ ਆਪਣੇ ਮੁੰਡੇ ਨੂੰ ਸ਼ੈਫ ਦੇ ਕੋਰਸ ਤੇ ਬੁਲਾਉਣਾ ਚਾਹੁੰਦਾ ਸੀਗਾ। ਕਿਹੜੇ ਕੋਰਸ ਵਿੱਚ ਜੀ? ਸ਼ੈਫ ਦਾ ਕੋਰਸ। ਸ਼ੈਫ ਦਾ ਕੋਰਸ, ਠੀਕ ਹੈ। ਹਾਂ, ਜਿਹੜਾ ਕਿਚਨ ਦੇ ਮੈਂ ਸਮਝ ਗਿਆ। ਉਹਦਾ ਕੋਰਸ ਦੀ ਬੁਲਾਉਣਾ ਚਾਹੁੰਦਾ ਹੈ ਜੀ। ਕੀ ਮੈਨੂੰ ਸਲਾਹ ਦੇ ਸਕਦੇ ਆ ਕਿ ਬੁਲਾ ਸਕਦਾ ਕਿ ਨਹੀਂ? ਜੀ ਇਦਾਂ ਹੀ ਲਾਈਨ ਤੇ ਬਣੇ ਰਹੋ ਤੁਸੀਂ। ਹਾਂਜੀ ਗੁਰਜਿੰਦਰ ਸਿੰਘ ਜੀ। ਸਰ ਇਹ ਡਿਪੈਂਡ ਕਰਦਾ ਵੀ ਕੁਆਲੀਫਿਕੇਸ਼ਨ ਕਿਸ ਲੈਵਲ ਦੀ ਆ। ਸੋ ਜਿਹਦਾ ਆਈ ਥਿੰਕ ਡਿਗਰੀ ਲੈਵਲ ਤੋਂ ਥੱਲੇ ਆ, ਬੱਚੇ ਦੀ ਉਮਰ ਵੀ ਦੇਖਣੀ ਪੈਗੀ। ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਜੀ। ਅੱਛਾ ਜੀ। ਇਹ ਕਾਕਾ ਪੜਿਆ ਕਿੰਨੀ ਆ ਜੀ? +2 ਕੀਤੀ ਹੈ ਜੀ। ਉਹਨੂੰ ਪ੍ਰਾਈਵੇਟ ਸਕੂਲ ਪੜਿਆ, ਬੋਰਡਿੰਗ ਸਕੂਲ ਚੋਂ। ਤੇ ਉਹਨੇ ਚੈਫ ਦਾ ਜਿਹੜਾ ਕੋਰਸ ਕੋਈ ਉਹ ਕੀਤਾ ਹੋਇਆ ਉਹਨੇ, ਜਾਂ ਉਹਦਾ ਕੀ ਐਕਸਪੀਰੀਅੰਸ ਹੈ ਜਾਂ ਕਿਸ ਤਰ੍ਹਾਂ ਹੈਗਾ ਜੀ? ਉਹਨੇ ਕੋਈ ਕੋਰਸ ਨਹੀਂ ਕੀਤਾ। ਉਹਦੀ ਉਮਰ ਹੁਣ ਹੋ ਗਈ 29 ਸਾਲ ਦੀ। ਉਹਨੂੰ ਮੈਂ ਇੱਥੇ ਬੁਲਾਉਣਾ ਚਾਹੁੰਦਾ ਸੀਗਾ ਸ਼ੈਫ ਦੇ ਕੋਰਸ ਲਈ। ਠੀਕ ਹੈ ਜੀ। ਜੇ ਉਹ 2 ਸਾਲ ਦਾ ਕੋਰਸ ਹੋਵੇ, 2 ਸਾਲ ਦਾ, ਤੇ ਕੀ ਉਹ ਆ ਸਕਦਾ ਕਿ ਨਹੀਂ? ਮੈਂ ਉਹਨੂੰ ਮੈਨੂੰ ਉਹਦੀ ਪੈਸੇ ਦੀ ਨਹੀਂ ਕੋਈ ਗੱਲ, ਕਿ ਜਿੱਥੇ ਕੋਈ ਯੂਨੀਵਰਸਿਟੀ ਜਾਂ ਕਾਲਜ ਹੋਵੇ ਜਿਹੜਾ ਉਹਨੂੰ 2 ਸਾਲ ਲਈ ਸ਼ੈਫ ਦਾ ਕੋਰਸ ਮੈਂ ਇੱਥੋਂ ਕਰਾਉਣਾ ਚਾਹੁੰਦਾ ਉਹਦੇ ਵਿੱਚ। ਜੀ ਤੁਸੀਂ ਇਸੇ ਤਰ੍ਹਾਂ ਹੀ ਲਾਈਨ ਤੇ ਬਣੇ ਰਹੋ ਤੇ ਆਪਣਾ ਟੀਵੀ ਜਿਹੜੀ ਨਾ ਉਹਦੀ ਆਵਾਜ਼ ਬਿਲਕੁਲ ਬੰਦ ਕਰ ਦਿਓ। ਤੁਸੀਂ ਫੋਨ ਦੇ ਉੱਤੇ ਜਵਾਬ ਜ਼ਰੂਰ ਸੁਣੋ। ਹਾਂਜੀ ਸੀ ਨਾਰਮਲੀ ਜਿਹੜੇ ਕਾਲਜ ਲੈਵਲ ਦੇ ਜਿਹੜੇ ਕੋਰਸ ਹੁੰਦੇ ਆ ਉਹ ਟੀਅਰ 4 ਦੇ ਸਟੇਟਸ 'ਚ ਨਹੀਂ ਆਉਂਦੇ, ਰਾਈਟ। ਸੋ ਜੇ ਕੋਈ ਕਿਸੇ ਨੇ ਡਿਗਰੀ ਕਰਨੀ ਹੈ ਜਾਂ ਮਾਸਟਰਸ ਕਰਨੀ ਆ, ਸੋ ਸ਼ਾਇਦ ਉਹਨੇ ਕੋਈ ਫੂਡ ਟੈਕਨੋਲੋਜੀ ਕੋਈ ਪੜ੍ਹਨੀ ਹੈ। ਸ਼ੈਫ ਦਾ ਕੋਰਸ ਜਿਹੜਾ ਹੈਗਾ ਉਹ ਇੱਕ ਆਈ ਥਿੰਕ ਐਜੂਕੇਸ਼ਨਲ ਨਹੀਂ ਵਾਲਾ ਹੁੰਦਾ, ਉਹ ਮੋਰ ਜਿੱਦਾਂ ਹੁੰਦਾ ਵੀ ਜੇ ਕੋਈ ਆਪਾਂ ਬਿਲਡਿੰਗ ਦਾ ਕੋਈ ਕੋਰਸ ਕਰਨਾ ਜੀ, ਜੇ ਕੋਈ ਪਲਾਸਟਰਿੰਗ ਦਾ ਕੋਰਸ ਕਰਨਾ ਜੀ, ਹੈ ਨਾ, ਉਸ ਹਿਸਾਬ ਦੇ ਜਿਹੜੇ ਕੋਰਸ ਹੁੰਦੇ ਉਹ ਕਾਲਜ ਦੇ ਕੋਰਸਿਸ ਹੁੰਦੇ ਨੇ। ਸੋ ਸਿਰਫ ਉਹੀ ਕੋਰਸ ਕਰਨ ਐਂਡ ਦੀ ਉਹਦੀ ਨਹੀਂ ਪਰਮਿਸ਼ਨ ਹੁੰਦੀ। ਪਰ ਬਾਕੀ ਜਿਹੜਾ ਹੈਗਾ ਵਿੱਚ ਇੱਕ ਗੱਲ ਹੋਰ ਤੁਸੀਂ ਜ਼ਰੂਰ ਨਿਖਾਰ ਕੇ ਦੱਸ ਦਿਓ ਵੀ ਕੀ ਉਹੀ ਬੱਚਾ ਇੰਡੀਆ ਦੇ ਵਿੱਚੋਂ ਚੈਫ ਦਾ ਜਿਹੜਾ ਕੋਰਸ ਕਰ ਲਵੇ ਜੀ, ਜਾਂ ਉਹਦਾ ਐਕਸਪੀਰੀਅੰਸ ਹੋਵੇ ਜੀ? ਬਿਲਕੁਲ। ਸੋ ਉਹਨੂੰ ਕੋਈ ਇੱਥੇ ਉਹਨੂੰ ਸਪਾਂਸਰ ਕੋਈ ਕਰ ਦੇਵੇ ਜੀ, ਵਰਕ ਪਰਮਿਟ ਦੇ ਦੇਵੇ, ਉਹ ਆ ਸਕਦਾ ਜੀ? ਬਿਲਕੁਲ। ਮੈਂ ਇਹੀ ਕਹਿਣ ਲੱਗਾ ਸੀਗਾ ਵੀ ਜੇ ਉਹ ਇੰਡੀਆ 'ਚ ਆਪਣਾ ਕੋਰਸ ਕੰਪਲੀਟ ਕਰ ਲਵੇ, ਇੰਡੀਆ 'ਚ ਕੰਪਲੀਟ ਕਰਕੇ ਆਪਣਾ ਜੌਬ ਕਰ ਲਵੇ, ਐਕਸਪੀਰੀਅੰਸ ਪਾ ਲਵੇ, ਸੋ ਅਪਲਾਈ ਕਰ ਸਕਦੇ ਤੇ ਐਜ਼ ਅ ਸ਼ੈਫ ਕਿਸੇ ਰੈਸਟੋਰੈਂਟ 'ਚ, ਕਿਸੇ 5 ਸਟਾਰ ਹੋਟਲ ਵਗੈਰਾ 'ਚ, ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਵੀ ਸ਼ੈਫ ਦੀ ਲੋੜ ਆ, ਰਾਈਟ, ਤਾਂ ਉਹ ਉਹਨਾਂ ਅਗਲੇ ਨੂੰ ਸਪਾਂਸਰ ਕਰ ਸਕਦੇ ਜੀ। ਠੀਕ ਆ। ਆਪਾਂ ਅਗਲੇ ਕਾਲਰ ਲੈਣ ਤੋਂ ਪਹਿਲਾਂ ਜੀ, ਅਗਰ ਤੁਸੀਂ ਲਾਈਨ ਤੇ ਹੋ ਤੇ ਮੈਂ ਜ਼ਰੂਰ ਇਹ ਤੁਹਾਨੂੰ ਦੱਸ ਦਵਾਂ, ਜੋ ਵਕੀਲ ਸਾਹਿਬ ਜੀ ਨੇ ਗੱਲ ਕਹੀ ਆ ਕਿ ਤੁਹਾਡਾ ਜਿਹੜਾ ਬੱਚਾ ਹੈ ਨਾ ਉਹ ਕੰਮ ਪਹਿਲਾਂ ਸਿੱਖਿਆ ਹੋਵੇ ਤੇ ਉਹ ਕੰਮ ਸਿੱਖ ਕੇ
ਫਿਰ ਇੱਥੇ ਆ ਸਕਦਾ ਹੈ ਕਿ ਵਰਕ ਪਰਮਿਟ ਉਹਨੂੰ ਇਧਰੋਂ ਕੋਈ ਕਢਾ ਦੇਵੇ, ਤੁਸੀਂ ਇੱਥੋਂ ਕਿਸੇ ਵਰਕ ਪਰਮਿਟ ਕਢਾ ਦਿਓ ਉਹਨੂੰ ਤੇ ਉਹ ਕੰਮ ਉੱਥੇ ਜਾਣਦਾ ਹੋਵੇ ਤੇ ਉਹ ਆ ਸਕਦਾ ਹੈ। ਇਸ ਤਰੀਕੇ ਨਾਲ ਆ ਸਕਦਾ, ਕੋਰਸ ਕਰਨ ਵਾਸਤੇ ਨਹੀਂ ਆ ਸਕਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੋ ਸਕਦਾ ਆ ਜੀ, ਪੱਕਾ ਵੀ ਹੋ ਸਕਦਾ ਫਿਰ ਉਸ ਤੋਂ ਬਾਅਦ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਗਲੇ ਕਾਲਰ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ, ਤੁਸੀਂ ਨਾ ਆਪਣਾ ਟੀਵੀ ਪਲੀਜ਼ ਆਵਾਜ਼ ਟੀਵੀ ਦੀ ਬੰਦ ਕਰ ਲਓ ਤੇ ਟੈਲੀਫੋਨ ਤੇ ਗੱਲ ਕਰੋ ਜੀ। ਹਾਂਜੀ, ਕੌਣ ਤੇ ਕਿੱਥੋਂ ਬੋਲਦੇ ਜੀ? ਹਾਂਜੀ ਹਾਂਜੀ, ਹੈਲੋ ਹਾਂਜੀ, ਕੌਣ ਭਾਈ ਸਾਹਿਬ ਬੋਲ ਰਹੇ ਜੀ? ਇਟਲੀ ਤੋਂ ਬੋਲ ਰਹੇ ਜੀ। ਜੀ, ਇਟਲੀ ਚੋਂ ਕੌਣ ਬੋਲ ਰਿਹਾ ਜੀ? ਮੈਂ ਬਹਾਦਰ ਸਿੰਘ ਬੋਲਦਾ ਜੀ। ਸਾਡਾ ਮੁੰਡਾ ਇੱਥੇ ਆਇਆ ਬਾਹਰ, ਅੱਛਾ ਜੀ। ਕਾਫੀ ਦੇਰ ਦਾ ਆਇਆ ਬਾਹਰ ਹੈ ਜੀ, ਉਹ ਸਾਡੇ ਅਪਲਾਈ ਕਰੇ ਹੋਏ ਕਾਗਜ਼ ਉਹਨਾਂ ਨੇ ਵੀਜ਼ੇ ਵਾਸਤੇ। ਕਦੋਂ ਕੀਤੇ ਸੀ ਅਪਲਾਈ? ਉਹ 31 ਨੂੰ ਕਰਕੇ ਆਏ ਸੀ ਅਸੀਂ। 31 ਮਈ ਨੂੰ। ਠੀਕ ਹੈ, ਠੀਕ ਹੈ। ਹਾਂਜੀ, ਉਹ ਹੁਣ ਤੱਕ ਵੀਜ਼ਾ ਨਹੀਂ ਆਇਆ ਅਜੇ। ਅੱਛਾ ਜੀ। ਅਸੀਂ ਆਉਣਾ ਚਾਹੁੰਦੇ ਹਾਂ ਇੱਥੇ, ਮਤਲਬ ਜਿਹੜੀ ਸਾਨੂੰ ਫੈਸਿਲਿਟੀ ਮਿਲਦੀ ਸੀ ਉਹ 30 ਤੱਕ ਮਿਲਦੀ, ਉਹ ਸਾਡਾ ਹੁਣ ਕਿਆ ਬਣੂਗਾ ਮਤਲਬ? ਹਾਂਜੀ, ਤੁਸੀਂ ਇੱਧਰ ਲਾਈਨ ਤੇ ਬਣੇ ਰਹੋ ਜੀ। ਵਕੀਲ ਸਾਹਿਬ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦੇ ਨੇ ਜੀ। ਗੁਰਜਿੰਦਰ ਸਿੰਘ ਜੀ। ਹਾਂਜੀ ਸਰ, ਜੇ ਇਹ ਦੇਖਣਾ ਪੈਣਾ ਵੀ ਤੁਹਾਡੇ ਮੁੰਡੇ ਨੇ ਅਪਲਾਈ ਕੀ ਕੀਤਾ ਆ। ਸੋ ਕਿਸੇ ਵੀ ਆਪਣੇ ਰਿਸ਼ਤੇਦਾਰ ਨੂੰ ਮੰਗਾਉਂਦੇ ਨਾ ਸਾਧਨ ਇੱਥੇ ਇੰਗਲੈਂਡ 'ਚ 2 ਸੀਗੇ ਨਾ, ਉਹਨਾਂ ਦੇ ਵੀ ਮਿਲਦੇ ਜੁਲਦੇ ਸੀਗੇ। ਇੱਕ EEA ਫੈਮਿਲੀ ਪਰਮਿਟ, ਇੱਕ EU ਸੈਟਲਮੈਂਟ ਸਕੀਮ ਫੈਮਿਲੀ ਪਰਮਿਟ। ਜਿਹੜਾ EEA ਫੈਮਿਲੀ ਪਰਮਿਟ ਹੈ ਉਹ ਸਿਰਫ 30 ਜੂਨ ਤੱਕ ਹੀ ਵੈਲਿਡ ਸੀਗਾ, ਟਰੈਵਲ ਕਰਨ ਵਾਸਤੇ ਵੀ ਜਾਂ ਆਉਣ ਵਾਸਤੇ ਜਾਂ ਲੱਗਣ ਲਈ ਵੀ। ਜਿਹੜਾ EU ਸੈਟਲਮੈਂਟ ਸਕੀਮ ਵਾਲਾ ਹੈ, ਐਜ਼ ਲੌਂਗ ਐਜ਼ ਉਹ ਅਪਲਾਈ ਕੀਤਾ ਹੈ, ਤੁਸੀਂ ਜਿਗਰਾ ਰੱਖੋ। ਆਈ ਥਿੰਕ ਕਾਫੀ ਕੇਸ ਗਏ ਨੇ ਉਸ ਹਿਸਾਬ ਦੇ। ਸੋ ਹੌਲੀ ਹੌਲੀ ਜਿਹੜਾ ਹੈਗਾ ਹੋਮ ਆਫਿਸ ਉਹ ਬਾਰੀ ਡਿਸਾਈਡ ਕਰਨਗੇ ਤਾਂ ਆਮ ਸ਼ੋਰ ਜਲਦੀ ਤੁਹਾਡਾ ਵੀਜ਼ਾ ਲੱਗ ਜਾਣਾ ਚਾਹੀਦਾ। ਥੈਂਕ ਯੂ ਜੀ। ਤੁਸੀਂ ਆਪਣਾ ਜਵਾਬ ਤੁਹਾਨੂੰ ਇਸ ਵੇਲੇ ਮਿਲ ਗਿਆ ਹੋਵੇਗਾ ਜੀ। ਜੇ ਤੁਹਾਡਾ EU ਸੈਟਲਮੈਂਟ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਹੈ, ਤੁਹਾਨੂੰ ਵੇਟ ਕਰਨੀ ਪੈਣੀ ਹੈ ਜੀ। ਤੇ ਵੇਟ ਕਰੋ, ਤੇ 2 ਮਹੀਨੇ ਵੀ ਲੱਗ ਸਕਦੇ ਆ, 3 ਮਹੀਨੇ ਵੀ ਲੱਗ ਸਕਦੇ ਆ, 4 ਵੀ ਲੱਗ ਸਕਦੇ ਆ। ਤੁਸੀਂ ਵੇਟ ਕਰੋ ਉਹਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਜਿਹੜੇ ਕੰਮ ਆ ਹੋਮ ਆਫਿਸ ਦੇ ਜਿਹੜੇ ਆ ਉਹ ਇਸ ਵੇਲੇ ਡਿਲੇ ਚੱਲ ਰਿਹਾ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ। ਸੋ ਇਸ ਕਰਕੇ ਤੁਸੀਂ ਵੇਟ ਜ਼ਰੂਰ ਕਰੋ ਜੀ। ਗੁਰਜਿੰਦਰ ਸਿੰਘ ਜੀ, ਤੁਸੀਂ 2 ਗੱਲਾਂ ਦੇ ਵਿੱਚ ਦੱਸੀਆਂ ਕਿ EU ਤੇ ਹਾਂਜੀ, ਉਹਦੇ ਕੀ ਫਰਕ ਇਹ ਸੀਗਾ ਵੀ ਜਿਹੜਾ EE ਫੈਮਿਲੀ ਪਰਮਿਟ ਹੈ ਇਹ ਪੁਰਾਣੀ 2020 ਦੇ ਜਿਹੜੇ ਰੈਗੂਲੇਸ਼ਨ ਸੀਗੇ ਉਹਦੇ ਹਿਸਾਬ ਦੇ ਨਾਲ ਚੱਲਦੇ ਪਏ ਸੀਗੇ ਜੀ। ਫਿਰ ਬ੍ਰੈਕਸਿਟ ਹੋਣ ਦੀ ਤਬਦੀਲੀ ਜਿਹੜਾ ਸੈਟਲਮੈਂਟ ਸਕੀਮ ਇੰਪਲੀਮੈਂਟ ਹੋਈ ਸੀ ਕਾਨੂੰਨ ਵਿੱਚ, ਸੋ ਨਾ ਤਾਂ ਉਹਨਾਂ ਦੇ ਸੇਮ ਹੀ ਟਾਈਮ ਤੇ ਬਹੁਤ ਕਨਫਿਊਜ਼ਨ ਸੀ ਜੀ। ਸਾਡੇ ਵਾਸਤੇ ਵੀ ਅਸੀਂ ਤਾਂ ਰੋਜ਼ ਹੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਕਨਫਿਊਜ਼ਿੰਗ ਕਾਫੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਧੰਨਵਾਦ, ਸਵਾਗਤ ਹੈ ਜੀ। ਅਮਰੀਕਾ ਦੇ ਵਿੱਚ ਉੱਤੇ ਅਸਲੀ ਅਮਰੀਕਾ ਦੇ ਵਿੱਚ ਰਹਿ ਰਿਹਾ, ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਨਾ ਇਸ ਵੇਲੇ। ਠੀਕ ਹੈ, ਉਹ ਇੱਥੇ ਦੀ ਸਿੱਧੀ ਲੈਣਾ ਚਾਹੁੰਦੇ, ਜਣੇ ਇੱਥੇ ਰਹਿਣਾ ਚਾਹੁੰਦੇ ਆਪਣੇ ਲੜਕੇ ਦੇ ਪੱਕੇ ਤੌਰ ਤੇ, ਪੱਕੇ ਤੌਰ ਤੇ ਆਪਣੇ ਲੜਕੇ ਕੋਲ ਚਾਹੁੰਦੇ ਆ। ਠੀਕ ਹੈ, ਤੁਸੀਂ ਗੁਰਜਿੰਦਰ ਸਿੰਘ ਅਸੀਂ ਪੱਕੇ ਹੋਣ ਦੇ ਰਾਹ ਜਿਹੜੇ ਹੈ ਉਹ ਮੇਨ ਇਹੀ ਹੈ ਕਿ ਪਰਮਿਟ ਹੋਵੇ 5 ਸਾਲ ਦੇ ਵਿੱਚ ਪਰਮਿਟ ਆਪਣਾ ਕਿਸੇ ਸਪਾਂਸਰ ਨਾਲ ਕੰਮ ਪੱਕਾ ਹੋ ਸਕਦਾ। ਜੇ ਅਮਰੀਕਾ 'ਚ ਰਹਿ ਰਿਹਾ ਕੋਈ ਬਿਜ਼ਨਸ ਹੈਗਾ ਜਿਸ 'ਚ ਉਹ ਕੰਮ ਕਰ ਰਿਹਾ, ਉਹਨਾਂ ਦਾ ਇਰਾਦਾ ਹੈ ਕਿ ਇੱਥੇ ਉਹਦਾ ਇੱਕ ਬ੍ਰਾਂਚ ਖੋਲ੍ਹਣਾ, ਓਵਰਸੀਜ਼ ਰਿਪਰੈਜ਼ੈਂਟੇਟਿਵ ਕਹਿੰਦੇ ਆ ਬਿਜ਼ਨਸ ਦਾ, ਉਹਦੇ ਬੇਸ 'ਤੇ ਵੀ ਉਹ ਪੱਕੇ ਹੋ ਸਕਦੇ ਆ। ਸਿਆਣੇ ਨੇ, ਸੋ ਮੈਂ ਤਾਂ ਕਹਿ ਸਕਦਾ ਵੀ ਰਿਲੇਸ਼ਨਸ਼ਿਪ ਜਾਂ ਵਿਆਹ ਦੇ ਬੇਸ 'ਤੇ ਪਰ ਉਹ ਵੀ ਇੱਕ ਹੈਗਾ। ਮੇਨ ਇਹੀ ਹੈ ਵੀ ਜਿਹੜਾ ਸਾਧਨ ਜਿਹੜਾ ਹੈਗਾ ਵੀ ਕੰਮ ਦੇ ਸਹੀ ਹੈ, ਕੰਮ ਦੇ ਬੇਸ 'ਤੇ ਪੱਕੇ ਹੋ ਸਕਦੇ। ਉਹਨਾਂ ਕੋਈ ਉੱਥੇ ਜੀ ਤੇ ਖੋਲ੍ਹਣੀ ਆ ਜੀ, ਤੇ ਇਹ ਸਭ ਉਹਦੇ ਵਿੱਚ ਕੋਈ ਲਿਮਿਟ ਕੋਈ ਹੈਗੀ ਆ ਉਹਦੀ, ਜਿਹਦਾ ਆਪਾਂ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਉਹ ਹੈ, ਉਹਦੇ 'ਚ ਵੀ ਕਾਫੀ ਕੰਪਲੈਕਸ ਹੁੰਦਾ ਵੀ ਉਹ ਦਿਖਾਉਣਾ ਪੈਂਦਾ ਵੀ ਉਹ ਸ਼ੇਅਰ ਹੋਲਡਰ ਨਹੀਂ ਹੈਗੇ ਉਸ ਬਿਜ਼ਨਸ ਦੇ, ਪਰ ਕਾਫੀ ਸੀਨੀਅਰ ਪੋਸਟ ਤੇ ਹੈਗੇ ਐਂਡ ਉਹ ਇੰਨੀ ਪੋਜੀਸ਼ਨ ਰੱਖਦੇ ਆ ਜਿਹੜੀ
ਉਹ ਬਿਜ਼ਨਸ ਨੂੰ ਰਿਲੇਟਡ ਉਹਨਾਂ ਨੇ ਖੋਲ੍ਹਣਾ ਵੀ ਉਹਨਾਂ ਦੇ ਜਿਹੜੇ ਡਿਸੀਜ਼ਨ ਹੈ ਉਹ ਨਾ ਸਕਣ ਪੇਮੈਂਟ ਕੰਪਨੀ ਚਾਹੀਦੀ ਬੈਗ ਵਧੀਆ ਉਹ ਜੈਨੂਇਨ ਤੌਰ ਤੇ EMPLOYE ਹੈਗੇ ਆ ਜਿਹੜੀ ਵੀ ਕੰਪਨੀ ਚਾਹੁੰਦੀ ਹੈ ਜਿਹੜਾ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟ ਜਿਹੜੀ ਹੈ ਬਹੁਤ ਘੱਟ ਇਹ ਹੁੰਦੀ ਹੈ ਜੀ ਸੋ ਸਾਡੇ ਕੋਈ ਵੀ ਜਿਹੜੇ ਸੁਣ ਰਹੇ ਦਰਸ਼ਕ ਜਿਹੜੇ ਅਗਰ ਬਾਹਰ ਬੈਠੇ ਉਹਨਾਂ ਦੇ ਕੋਲ ਬਿਜ਼ਨਸ ਹੈ ਜਾਂ ਬਿਜ਼ਨਸ ਨਾਲ ਉਹਨਾਂ ਦੀ ਕਾਫੀ ਹਾਈ ਪੋਜੀਸ਼ਨ ਹੈ ਜਿੱਥੇ ਉਹ ਕੰਮ ਕਰ ਰਿਹਾ ਉਹ ਇਸ ਦੇ ਇੱਥੇ ਆ ਸਕਦੇ ਜਿਆਦਾ ਹੈ ਮੈਂਚੈਸਟਰ ਬ੍ਰਾਂਚ ਖੋਲੀਏ ਠੀਕ ਹੈ ਜੀ ਤੁਹਾਡਾ ਜਵਾਬ ਤੁਹਾਨੂੰ ਜ਼ਰੂਰ ਲੱਗਾ ਹੋਵੇਗਾ ਕਿ ਇਸ ਤਰ੍ਹਾਂ ਉਹ ਆ ਜਾ ਸਕਦੇ ਆ ਵਿਜ਼ਟਰ ਜਿਹੜੇ ਤੇ ਉਹ ਆ ਕੇ ਰਹਿ ਵੀ ਸਕਦੇ ਆ ਆਪਣੇ ਬੇਟੇ ਦੇ ਕੋਲ ਆਪਣੇ ਕੋਲ ਲੇਕਿਨ ਉਹ ਪੱਕੇ ਦੋ ਤਿੰਨ ਜਿਹੜੇ ਦੱਸੇ ਨੇ ਉਹਦੇ ਲੱਗਦੇ ਨੇ ਇੱਕ ਤਾਂ ਉਹ ਕੋਈ ਕੰਮ ਦੇ ਵਿੱਚ ਉਹ ਉਹਨਾਂ ਕਰਾਇਆ ਹੋਇਆ ਤੇ ਇਸ ਵੇਲੇ ਜਾਂ ਫਿਰ ਇੱਕ ਹੁੰਦਾ ਹੋ ਕੇ ਪੱਕੇ ਹੋ ਸਕਦੇ ਆ ਜਾਣਿਆ ਹੁਣ ਇਹ ਤੇ ਮੁਸ਼ਕਿਲ ਹੋਣਾ ਤੇ ਜਿਹੜਾ ਇੱਕ ਹੋਵੇ ਜਿਹੜੀ ਕਰਨੀ ਤੁਸੀਂ ਉਹਦੇ ਵਿੱਚ ਕਈ ਕੁਛ ਜਿਹੜਾ ਉਹ ਦੱਸਿਆ ਉਹ ਵੇਖਣਾ ਪਏਗਾ ਤੁਸੀਂ ਇਹ ਤਿੰਨ ਤਰੀਕੇ ਨੇ ਜਿਹਨਾਂ ਦੇ ਨਾਲ ਤੁਸੀਂ ਪੱਕੇ ਤੌਰ ਤੇ ਤੁਸੀਂ ਰਹਿ ਸਕਦੇ ਤੇ ਜੇ ਹੋਵੇ ਕਿ ਆਪਣਾ ਉੱਥੋਂ ਜੀ ਅਸੀਂ ਘਰ-ਬਾਰ ਵੀ ਵੇਚ ਕੇ ਤੇ ਕੋਈ ਅਸੀਂ ਇੱਥੇ ਆਉਣਾ ਕੋਈ ਹੈਗਾ ਜੂਨ ਤਾਂ ਨਹੀਂ ਹੈਗਾ ਪਰ ਉਹਦਾ ਦਿਮਾਗ ਸੋ ਜੇ ਕੋਈ ਇਸ ਤਰ੍ਹਾਂ ਦਾ ਹੈਗਾ ਸਾਨੂੰ ਕਾਲ ਕਰੇ ਰਾਈਟ ਜੋ ਵੀ ਤੁਹਾਡੇ ਸਰਕਮਸਟੈਂਸਿਸ ਹੈਗੇ ਆ ਉਹਨਾਂ ਨੂੰ ਅਸੈਸ ਕਰਦੇ ਹੋਏ ਆਪਾਂ ਤੁਹਾਨੂੰ ਫਿਰ ਐਡਵਾਈਸ ਕਰ ਸਕਦੇ ਗਾਈਡ ਕਰ ਸਕਦੇ ਹਾਂ ਤੁਹਾਨੂੰ ਰਾਹ ਦਿਖਾ ਸਕਦੇ ਵੀ ਜਿੱਦਾਂ ਮਤਲਬ ਕਈ ਵਾਰੀ ਆਪਾਂ ਸੁਣਦੇ ਹੁੰਦੇ ਸੀ ਵੀ ਕਈ ਵਾਰੀ ਹੋਮ ਆਫਿਸ ਵਾਲੇ ਮੰਗਦੇ ਆ ਭਈ ਤੁਹਾਡੇ ਕੋਲ 2.5 ਲੱਖ ਪਾਉਂਡ ਹੋਵੇ ਜਾਂ 5 ਲੱਖ ਪਾਉਂਡ ਹੋਵੇ ਜਾਂ ਮਿਲੀਅਨ ਪਾਉਂਡ ਹੋਵੇ ਜੀ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਤਾਂ ਨਹੀਂ ਕੋਈ ਨਹੀਂ ਪਹਿਲਾਂ ਇਹ ਰੂਟ ਹੁੰਦੇ ਸੀਗੇ ਇਹ ਅਨਫੋਰਚੂਨੇਟਲੀ ਸਾਰੇ ਕੈਂਸਲ ਕਰ ਦਿੱਤੇ ਗਏ ਡਿਲੀਟ ਕਰ ਦਿੱਤੇ ਗਏ ਸੀਗੇ ਇਹਦੀ ਵਜ੍ਹਾ ਇਹ ਸੀਗੀ ਵੀ ਕਾਫੀ ਜਿਹੜਾ ਕਾਲਾ ਧਨ ਸੀਗਾ ਯੂਕੇ ਵਿੱਚ ਆ ਰਿਹਾ ਸੀਗਾ ਇਨਵੈਸਟਮੈਂਟ ਦੇ ਨਾਂ ਤੇ ਸੋ ਬਹੁਤ ਸਾਰੇ ਮੁਲਕਾਂ ਤੋਂ ਜਿੱਦਾਂ ਗਲਤ ਤਰੀਕੇ ਨਾਲ ਜਿਹੜਾ ਪੈਸਾ ਕਮਾਇਆ ਗਿਆ ਇੱਥੇ ਯੂਕੇ ਚ ਆ ਰਿਹਾ ਸੀਗਾ ਮਤਲਬ ਇਹ ਸਮਝਦੇ ਸੀ ਵੀ ਉਹ ਜਿਹੜਾ ਪੈਸਾ ਉਹ ਕੋਈ ਕਾਲੇ ਧਨਵਾ ਇਹ ਸਮਝਦੇ ਸੀਗੇ ਜੀ ਜੀ ਤੇ ਇਹਨਾਂ ਨੇ ਉਹ ਡਿਲੀਟ ਕਰਤੇ ਜਿਹੜੇ ਇਹਨਾਂ ਦੇ ਟੋਟਮ ਸੀਗੇ ਹਾਂਜੀ ਸੋ ਹਜੇ ਫਿਲਹਾਲ ਵੀ ਹੈਗੇ ਆ ਸਟਾਰਟਅਪ ਲਈ ਹੈਗਾ ਐਂਟਰਪ੍ਰੀਨਿਅਰਸ ਨੇ ਵੀ ਹੈਗਾ ਪਰ ਕਾਫੀ ਉਹਨਾਂ ਨੇ ਅਖਿਆਈ ਕਰ ਦਿੱਤੀ ਹੈ ਸੋ ਯੂਕੇ ਦੀ ਗਵਰਨਮੈਂਟ ਇਹ ਭਾਲਦੀ ਹੈ ਵੀ ਜਿਹੜਾ ਵੀ ਕੋਈ ਬਿਜ਼ਨਸ ਆਈਡੀਆ ਹੈ ਤੁਹਾਡਾ ਉਹ ਚਾਹੁੰਦੀ ਹੈ ਵੀ ਜਿਹੜੇ ਅਗਲਾ ਫੇਸਬੁੱਕ ਆ ਜਾਂ ਜਿਹੜਾ ਅਗਲਾ ਈਲਨ ਮਸਕ ਹੈ ਰਾਈਟ ਉਸ ਕੈਟੇਗਰੀ ਦੇ ਬੰਦੇ ਅਸੀਂ ਅਟਰੈਕਟ ਕਰੀਏ ਸੋ ਜਿਹੜਾ ਵੀ ਤੁਹਾਡਾ ਬਿਜ਼ਨਸ ਪਲਾਨ ਹੈ ਜਾਂ ਜਿਹੜਾ ਤੁਹਾਡਾ ਆਈਡੀਆ ਉਹ ਵੀ ਕਾਫੀ ਹਾਈ ਹੋਣਾ ਚਾਹੀਦਾ ਸੋ ਅੱਜ ਦੀ ਡੇਟ 'ਚ ਉਹ ਇਨਵੈਸਟਮੈਂਟ ਨਾਲੋਂ ਤੁਹਾਡਾ ਬਿਜ਼ਨਸ ਪਲਾਨ ਤੁਹਾਡਾ ਬਿਜ਼ਨਸ ਆਈਡੀਆ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਇੱਕ ਬੰਦਾ ਮੈਂ ਚੱਲ ਜਾਣਾ ਜਾਂ 50 ਜਾਂ 2 ਲੱਖ ਰੁਪਈਆ ਭੈਣ ਭਰਾ ਤੋਂ ਲੈ ਕੇ ਇਹ ਕਰਕੇ ਦਿਖਾ ਕੇ ਉਹ ਕੰਮ ਫੇਰ ਇਹਨਾਂ ਦੇ ਹੁਣ ਨਿਗਾਹ ਦੇ ਵਿੱਚ ਆ ਗਿਆ ਪਹਿਲਾਂ ਲੋਕੀ ਜਿੱਦਾਂ ਕਵਰ ਅਪ ਕਰਦੇ ਸੀ ਪੈਸੇ ਦਿਖਾ ਦੇਣੇ ਨਾ ਤੇ ਉਸ ਨੂੰ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਸਟ੍ਰਿਕਟ ਕਰ ਦਿੱਤਾ ਹੈਗਾ ਜਿਵੇਂ ਤੁਸੀਂ ਬੜੀ ਸੋਹਣੀ ਗੱਲ ਕਰ ਰਹੇ ਕਿ ਆਪਣੇ ਲੋਕ ਕੋਈ ਨਾ ਕੋਈ ਰਾਹ ਲੱਭ ਲੈਂਦੇ ਆ ਹਾਂਜੀ ਤੇ ਇਹਦੇ ਵਿੱਚ ਜਿੱਦਾਂ ਅੱਗੇ ਤਾਂ ਹੁੰਦਾ ਸੀ ਵੀ ਘਰ-ਬਾਰ ਵੇਚਿਆ ਕੈਨੇਡਾ ਚੋਂ ਜਾਂ ਅਮਰੀਕਾ ਚੋਂ ਵੇਚਿਆ ਤੇ ਉਹ ਇੱਧਰ ਲੈ ਗਿਆ ਤੇ ਗੁਰਜਿੰਦਰ ਸਿੰਘ ਜੀ ਇਹ ਗੱਲ ਕਹਿ ਰਿਹਾ ਵੀ ਇਹਦੇ ਨਾਲ ਇਹਨਾਂ ਨੂੰ ਲੱਗਦਾ ਸੀਗਾ ਵੀ ਉਹ ਕਾਲਾ ਧਨ ਜਿਹੜਾ ਇਸ ਤਰੀਕੇ ਦੇ ਨਾਲ ਇੱਧਰ ਆ ਰਿਹਾ ਵਾ ਤੇ ਇੱਕ ਕੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਵੀ ਜੇ ਫਰਜ਼ ਕਰੋ ਹੁਣ ਇਸ ਕਾਲਰ ਆਪਣੇ ਨਾਲ ਜੁੜ ਗਏ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰ ਦੇਣਾ ਐਡਜਸਟ ਕਰ ਲੈਣਾ ਕਿ ਠੀਕ ਹੈ ਮੈਨੂੰ ਵੀ ਜ਼ਰਾ ਉੱਚੀ ਆਣੀ ਚਾਹੀਦੀ ਤੁਹਾਡੀ ਵੀ ਆਵਾਜ਼ ਹਲਕੀ ਹੈ ਹੈਲੋ ਹਾਂਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ ਤੁਹਾਡੀ ਕਾਲ ਲੱਗ ਗਈ ਹੈ ਜੀ ਕੀ ਪੁੱਛਣਾ ਚਾਹੋਗੇ ਹਾਂਜੀ ਸ਼ੁਕਰੀਆ ਤੁਹਾਡੀ ਆਵਾਜ਼ ਜ਼ਰਾ ਬੜੀ ਹਲਕੀ ਹੈ ਜ਼ਰਾ ਕੋਈ ਨੂੰ ਕਹੋ ਕਿ ਉੱਚੀ ਕਰੇ ਤਾਂ ਕਿ ਮੈਂ ਡਾਇਰੈਕਟਲੀ ਸੁਣ ਸਕਾਂ ਟੈਲੀਫੋਨ ਤੇ ਨਾ ਕਿ ਟੀਵੀ ਤੇ ਤੁਹਾਡੀ ਆਵਾਜ਼ ਤੁਹਾਨੂੰ ਘੱਟ ਆ ਰਹੀ ਹੈ ਟੈਲੀਫੋਨ ਦੇ ਵਿੱਚ ਟੈਲੀਫੋਨ 'ਚ ਕੋਈ ਗੜਬੜ ਲੱਗਦੀ ਹੈ ਮੈਨੂੰ ਬੇਅਰਲੀ ਹੈਲੋ ਆਜ ਉਹਨਾਂ ਦੇ ਪਾਸੇ ਆਉਣਾ ਖਰਾਬ ਤੁਸੀਂ ਇਸ ਤਰ੍ਹਾਂ ਕਰੋ ਨਾ ਫੋਨ ਜਿਹੜਾ ਉਹ ਯੂਜ਼ ਕਰੋ ਟੈਲੀਵਿਜ਼ਨ ਜਿਹੜਾ ਉਹਦੀ ਆਵਾਜ਼ ਨਾ ਸੁਣੋ ਓਕੇ ਮੈਂ ਤੇ ਟੈਲੀਵਿਜ਼ਨ ਤੇ ਨਹੀਂ ਸੁਣ ਰਿਹਾ ਮੈਂ ਤੁਹਾਡੀ ਫੋਨ ਦੇ ਵਿੱਚ ਸੁਣ ਰਿਹਾ ਆਵਾਜ਼ ਹਾਂਜੀ ਤੁਹਾਡੇ ਫੋਨ ਤੇ ਵੀ ਇੱਕ ਹੁੰਦਾ ਅਪ ਆਵਾਜ਼ ਕਰਨ ਵਾਲਾ ਬਟਨ ਤੁਹਾਡੀ ਉੱਥੋਂ ਤਾਂ ਨਹੀਂ ਘੱਟ ਆਵਾਜ਼ ਛੱਡੋ ਜੇ ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ ਤੇ ਮੈਂ ਕਰਨਾ ਹਾਂਜੀ ਸਾਨੂੰ ਆਵਾਜ਼ ਆ ਰਹੀ ਬਹੁਤ ਵਧੀਆ ਸੁਣ ਰਹੇ ਸੀ ਤੁਹਾਡਾ ਸਵਾਲ ਕੀ ਹੈ ਜੀ ਥੈਂਕ ਯੂ ਸੋ ਮਚ ਅੱਛਾ ਗੱਲ ਹੈ ਇਹ ਕਿ ਮੈਂ ਆਪਣਾ ਰਿਪਬਲਿਕ ਆਫ ਆਇਰਲੈਂਡ 'ਚ ਰਹਿਣਾ ਵਾਂ ਜੀ ਆਇਰਿਸ਼ ਮੇਰੀ ਨੈਸ਼ਨੈਲਿਟੀ ਹੈ ਤੇ ਮੈਂ ਡਾਕਟਰ ਹਾਂ ਮੈਂ ਆਉਣਾ ਚਾਹੁੰਦਾ ਸਾਂ ਯੂਕੇ
ਅੱਛਾ ਤੇ ਜੀ ਮੈਂ ਜਨਰਲ ਮੈਡੀਕਲ ਕਾਉਂਸਲ ਨੂੰ ਪੁੱਛਿਆ ਕਿ ਤੁਹਾਨੂੰ ਯਾਨੀ ਇਟ ਇਜ਼ ਜਸਟ ਬਿਫੋਰ ਦੀ ਬ੍ਰੈਕਸਿਟ ਇਨ ਨਵੰਬਰ 2020 ਉਹਨਾਂ ਨੇ ਮੈਨੂੰ ਜੋ ਪਾਰਟਿਕੂਲਰਸ ਦੱਸੇ ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਪਏਗੀ you only required to fill up the form and give us a proof that you have worked in Europe outside UK for 3 years ਤੁਹਾਡੀ ਇੰਗਲਿਸ਼ ਤੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਵੀ ਰੈਕਗਨਾਈਜ਼ ਹੋ ਜਾਏਗੀ ਔਰ ਸਭ ਕੁਝ ਉਹਦੇ ਬਾਅਦ ਮੈਂ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਯਾਨੀ ਫਾਰਮ ਫਿਲ ਕਰਕੇ ਸਾਰੀਆਂ ਚੀਜ਼ਾਂ ਭੇਜੀਆਂ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਸੀ ਫਾਰਮ ਫਿਲ ਕਰਕੇ ਭੇਜਣਾ ਆਨਲਾਈਨ ਨਹੀਂ ਭੇਜਣਾ ਕਿਉਂਕਿ ਤੇਰਾ ਕੇਸ ਥੋੜਾ ਮਤਲਬ ਡਾਇਰੈਕਟ ਹੋ ਜਾਏਗਾ ਐਨੀ ਹੁਣ ਉਹ ਕਹਿੰਦੇ ਨੇ ਕਿ ਨਹੀਂ ਤੈਨੂੰ ਤੇ ਐਗਜ਼ਾਮ ਦੇਣਾ ਪਏਗਾ ਇੱਥੇ ਦਾ ਆ ਕੇ ਪਲੈਬ ਜਿਹੜਾ ਐਗਜ਼ਾਮ ਹੁੰਦਾ ਜਿਹੜੀ ਪ੍ਰਾਇਮਰੀ ਮੈਡੀਕਲ ਕੁਆਲੀਫਿਕੇਸ਼ਨ ਹੈ ਉਹਦੇ ਇਕੁਇਵਲੈਂਟ ਜਿਹੜਾ ਐਗਜ਼ਾਮ ਹੁੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੇ GMC ਨੇ ਇਹਦੇ ਅਦਰਵਾਈਜ਼ ਦੱਸਿਆ ਸੀ ਤੇ ਮੈਂ ਪੁੱਛਣਾ ਚਾਹ ਰਿਹਾ ਕਿ ਆਇਰਲੈਂਡ ਦੇ ਸਟੇਟਸ ਦੇ ਅੰਦਰ ਕੋਈ ਫਰਕ ਪਿਆ ਬ੍ਰੈਕਸਿਟ ਦੇ ਨਾਲ ਆਇਆ ਇਹ ਮੁਮਕਿਨ ਹੈਗਾ ਜਿਹੜਾ ਉਹਨਾਂ ਨੇ ਕੀਤਾ ਮੇਰੇ ਨਾਲ ਜਾਂ ਕਿਉਂਕਿ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਇਹ ਕਿਹਾ ਸੀ ਕਿ ਤੂੰ ਫਾਰਮ ਨੂੰ ਛੇਤੀ ਕਰਕੇ ਭੇਜ ਦੇ ਦਸੰਬਰ ਤੋਂ ਪਹਿਲੇ ਤੇ ਤੇਰਾ ਕੰਮ ਹੋ ਜਾਏਗਾ ਹੁਣ ਉਹ ਕਹਿ ਰਹੇ ਨੇ ਕਿ something has changed whereas I have checked with one solicitor who says there is no change between UK and the conditions and everything between UK and Ireland ਤੇ ਇਹਦੇ ਬਾਰੇ ਚ ਅਗਰ ਗੁਲਜ਼ਾਰ ਸਾਹਿਬ ਨੂੰ ਕਹੋ ਕਿ ਮੈਨੂੰ ਜ਼ਰਾ ਅਗਰ ਅੱਛੀ ਤਰ੍ਹਾਂ ਜਵਾਬ ਦੇ ਦੇਣ ਤਾਂ ਕਿ ਮੈਂ ਇਹਨੂੰ ਉੱਤੇ ਸੁਣਾਂਗਾ ਟੀਵੀ ਤੇ ਮੇਰੇ ਕੋਲ ਕੋਈ ਸਵਾਲ ਪੁੱਛਣਾ ਤੇ ਪੁੱਛ ਲੈਣ ਹੁਣੇ ਠੀਕ ਹੈ ਤੁਸੀਂ ਵੈਸੇ ਲਾਈਨ ਤੇ ਵੀ ਬਣੇ ਰਹੋ ਜੀ ਤੁਹਾਨੂੰ ਅਸੀਂ ਜ਼ਰੂਰ ਇਸ ਗੱਲ ਦਾ ਸਾਡੇ ਵਕੀਲ ਸਾਹਿਬ ਜਵਾਬ ਦੇਣਗੇ ਕਿਉਂਕਿ ਤੁਹਾਡਾ ਲੰਬਾ ਚੌੜਾ ਸਵਾਲ ਹੈ ਤੁਸੀਂ ਬਾਅਦ 'ਚ ਵੀ ਫੋਨ ਕਰ ਸਕਦੇ ਆ ਪਰ ਤੁਸੀਂ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਤੁਸੀਂ ਐਜ਼ ਏ ਵਰਕਿੰਗ ਜਿਹੜਾ ਕੰਮ ਕਰ ਰਹੇ ਹੋ ਡਾਕਟਰੀ ਦੇ ਵਿੱਚ ਕਿ ਜਾਂ ਐਜ਼ ਏ ਪ੍ਰੈਕਟੀਸ਼ਨਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ नहीं जी नहीं मैं काम कर रहा हूँ डॉक्टर और काम कर रहा हूँ मैं यूके मूव करना चाहना इन्हां दी एक मेडिकल काउंसिल दी ਕੰਡੀਸ਼ਨ ਹੁੰਦੀ ਹੈ ਕਿ ਜਿਹੜਾ ਪ੍ਰਾਇਮਰੀ ਮੈਡੀਕਲ ਠੀਕ ਹੈ ਜੀ ਅਸੀਂ ਤੁਸੀਂ ਕਿਉਂਕਿ ਸਵਾਲ ਤੁਹਾਡਾ ਲੰਬਾ ਹੋ ਜਾਣਾ ਅਸੀਂ ਹੋਰ ਕਾਲਰ ਜਿਹੜੇ ਉਹ ਵੀ ਅਟੈਂਡ ਕਰਨੇ ਨੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੇ ਆਪਣੇ ਟੀਵੀ ਦੀ ਆਵਾਜ਼ ਬੇਸ਼ੱਕ ਤੁਸੀਂ ਹੁਣ ਉੱਚੀ ਕਰ ਲਓ ਤੁਹਾਨੂੰ ਸੁਣ ਜਾਏਗਾ ਤੇ ਜਵਾਬ ਤੁਹਾਨੂੰ ਦੇਣਗੇ ਜੀ ਸਾਡੇ ਵਕੀਲ ਸਾਹਿਬ ਹਾਂਜੀ ਨਾ ਹੋਇਆ ਤੇ ਮੈਂ ਫਿਰ ਕੋਈ ਗੱਲ ਨਹੀਂ ਦੁਬਾਰਾ ਤੁਸੀਂ ਕਰ ਲਿਓ ਜੀ ਕੋਈ ਗੱਲ ਨਹੀਂ ਦੁਬਾਰਾ ਫੋਨ ਕਰ ਲਿਓ ਆਈ ਥਿੰਕ ਭਾਜੀ ਦਾ ਜਿਹੜਾ ਸਵਾਲ ਸੀਗਾ ਕਾਫੀ ਕੰਪਲਿਕੇਟਡ ਹੈਗਾ ਰਾਈਟ ਕਿਉਂਕਿ ਇਹਦੇ 'ਚ ਇਹ ਆ ਵੀ ਉਹ ਆਇਰਲੈਂਡ 'ਚ ਬੈਠੇ ਨੇ ਐਜ਼ ਅ ਡਾਕਟਰ ਉਹ ਚਾਹੁੰਦੇ ਨੇ ਵੀ ਆਪਾਂ UK 'ਚ ਪ੍ਰੈਕਟਿਸ ਕਰੀਏ ਐਂਡ ਓਬਵੀਅਸਲੀ ਇਸ਼ੂ ਜਿਹੜਾ ਖੜਾ ਹੁੰਦਾ ਆ ਉਹ ਹੁੰਦਾ ਆ ਵੀ ਜਿਹੜੀ ਰੈਕਗਨੀਸ਼ਨ ਦਾ ਕੁਆਲੀਫਿਕੇਸ਼ਨਸ ਦਾ ਵੀ ਕ੍ਰੋਸਓਵਰ ਜਿਹੜਾ ਹੈਗਾ ਵੀ ਸੋ ਮੈਂ ਭਾਜੀ ਨੂੰ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਸ਼ੋਅ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਫੋਨ ਕਰ ਲਿਓ ਰਾਈਟ ਐਂਡ ਆਪਾਂ ਫਿਰ ਤੁਹਾਡਾ ਜਿਹੜਾ ਸਵਾਲ ਆ ਉਹ ਪੂਰੀ ਤਰ੍ਹਾਂ ਸਮਝ ਲਈਏ ਐਂਡ ਤੁਹਾਨੂੰ ਫਿਰ ਬਰੀਕੀ ਦੇ ਨਾਲ ਜਿਹੜਾ ਹੈਗਾ ਆਪਾਂ ਤੁਹਾਨੂੰ ਫਿਰ ਐਡਵਾਈਸ ਦੇ ਸਕਦੇ ਹਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਭਾਜੀ ਬਹੁਤ ਵਧੀਆ ਆ ਪਰ ਟੀਵੀ ਦੇ ਮੀਡੀਅਮ ਲਈ ਜਿਹੜਾ ਹੈਗਾ ਉਹ ਸੂਟੇਬਲ ਨਹੀਂ ਹੈਗਾ ਕਿਉਂਕਿ ਇਹ 'ਚ ਕਾਫੀ ਕੁਛ ਇੱਕ ਦੂਜੇ ਨੂੰ ਪੁੱਛਣਾ ਤੇ ਸਮਝਣਾ ਵੀ ਪੈਣਾ ਹਾਂਜੀ ਜੀ ਬਿਲਕੁਲ ਤੁਸੀਂ ਇਸ ਤਰ੍ਹਾਂ ਕਰਿਓ ਤੁਸੀਂ ਆਵਾਜ਼ ਮੇਰੀ ਸੁਣ ਰਹੇ ਹੋਵੋਗੇ ਇਸ ਵੇਲੇ ਟੀਵੀ ਦੇ ਰਾਹੀਂ ਤੁਸੀਂ ਨਾ ਇਹਨਾਂ ਨੂੰ ਬਾਅਦ ਦੇ ਵਿੱਚ ਜਾਂ ਕੱਲ ਨੂੰ ਵੀ ਤੁਸੀਂ ਕਰ ਸਕਦੇ ਆ ਫੋਨ ਤੁਸੀਂ ਇਹਨਾਂ ਦਾ ਨੰਬਰ ਜਿਹੜਾ ਨਾ ਮੋਬਾਈਲ ਨੰਬਰ ਆ ਰਿਹਾ ਹੈ ਸਕਰੀਨ ਦੇ ਉੱਤੇ ਤੁਸੀਂ ਵੇਖ ਰਹੇ ਹੋ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਕਿਉਂਕਿ ਤੁਹਾਨੂੰ ਕਾਫੀ ਇਹਨਾਂ ਨੇ ਸਵਾਲ ਜਵਾਬ ਪੁੱਛਣੇ ਨੇ ਵਕੀਲ ਸਾਹਿਬ ਨੇ ਫਿਰ ਹੀ ਉਹਦੇ ਹਿਸਾਬ ਨਾਲ ਤੁਹਾਨੂੰ ਇਹ ਦੱਸ ਸਕਦੇ ਨੇ ਵੀ ਕੀ ਤੁਹਾਡਾ ਇੱਥੇ UK ਦੇ ਵਿੱਚ ਆਉਣਾ ਬਣਦਾ ਵਾ ਜਾਂ ਕਿ ਤੁਹਾਨੂੰ ਐਗਜ਼ਾਮ ਦੇ ਕੇ ਆਉਣਾ ਪਏਗਾ ਜਾਂ ਕੀ ਕਰਨਾ ਪਏਗਾ ਜ਼ਰੂਰ ਤੁਸੀਂ ਜੀ ਇਹਨਾਂ ਨੂੰ ਬਾਅਦ ਦੇ ਵਿੱਚ ਤੁਸੀਂ ਆ ਸ਼ੋਅ ਤੋਂ ਬਾਅਦ ਕਾਲ ਕਰ ਲਿਓ ਜਾਂ ਤੁਸੀਂ ਕੱਲ ਕਾਲ ਕਰ ਲਿਓ ਜੀ ਬਿਲਕੁਲ ਠੀਕ ਹੈ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਵੱਧਦੇ ਹਾਂ ਅਗਲੇ ਕਾਲਰ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗ ਗਈ ਹੈ ਜੀ ਬਹੁਤ ਸਵਾਗਤ ਹੈ ਜੀ ਕੀ ਪੁੱਛਣਾ ਚਾਹੋਗੇ ਓਕੇ ਸਤਿ ਸ਼੍ਰੀ ਅਕਾਲ ਜੀ ਮੈਂ ਵਕੀਲ ਸਾਹਿਬ ਨਾਲ ਗੱਲ ਕਰਦੀ ਪਈ ਜੀ ਹਾਂ ਵਕੀਲ ਸਾਹਿਬ ਜੀ ਜਵਾਬ ਦੇਣਗੇ ਤੁਹਾਡੀ ਗੱਲ ਦਾ ਕੁਐਸਚਨ ਤੁਸੀਂ ਪੁੱਛੋ ਜੀ ਮੇਰਾ ਕੁਐਸਚਨ ਇਹ ਹੈਗਾ ਮੇਰਾ ਯੰਗੈਸਟ ਬ੍ਰਦਰ ਜਿਹੜਾ ਨਾ ਉਹ ਪਾਸ ਅਵੇ ਹੋ ਗਿਆ ਸੀ ਤਾਂ ਉਹਦਾ ਬੇਟਾ ਹੁਣ 13.5 ਸਾਲਾਂ ਦਾ ਇੰਡੀਆ ਹੈਗਾ ਉਹ ਕੋਈ ਨਹੀਂ ਹੈਗਾ ਉਹਨੂੰ ਸਾਂਭਣ ਲਈ ਉੱਥੇ ਤੇ ਮੈਂ ਉਹਨੂੰ ਕਿਸ ਤਰ੍ਹਾਂ ਲੈ ਕੇ ਆਉਣਾ ਚਾਹੁੰਦੀ ਹਾਂ ਇੱਥੇ ਠੀਕ ਹੈ ਜੀ ਤੁਸੀਂ ਲਾਈਨ ਤੇ ਬਣੇ ਰਹੋ ਤੇ ਤੁਸੀਂ ਜਵਾਬ ਵਕੀਲ ਸਾਹਿਬ ਜੀ ਦੇਣਗੇ ਤੁਹਾਨੂੰ ਹਾਂਜੀ ਥੈਂਕ ਯੂ ਵੈਰੀ ਮਚ ਭੈਣ ਜੀ ਉਹਨੂੰ ਸਾਂਭਣ ਨੂੰ ਹੋਰ ਕੋਈ ਹੈਗਾ ਉੱਥੇ ਇੰਡੀਆ 'ਚ ਮੇਰੇ ਨਾ ਭਰਜਾਈ ਵੱਡੇ ਹੈਗੇ ਨੇ ਤੇ ਮਿਡਲ ਭਰਾ ਹੈਗਾ ਪਰ ਉਹ ਵੀ ਮੇਰਾ ਬ੍ਰਦਰ ਜਿਹੜਾ ਵੱਡਾ ਸਾਰਿਆਂ ਤੋਂ ਉਹਦੀ ਵੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਦਾ ਕੋਈ ਸਾਧਨ ਨਹੀਂ ਹੈਗਾ ਜਿਸ ਤਰ੍ਹਾਂ ਉਹਦਾ ਖਰਚਾ ਪਾਣੀ ਦੇ ਸਕਣ
ਵੀ ਅਸੀਂ ਹੈਲਪ ਕਰਦੇ ਜਿੱਦਾਂ ਨਾ, ਹਾਂਜੀ। ਪਰ ਹੁਣ ਭਰਜਾਈ ਮੇਰੇ ਜਿਹੜੇ ਉਹ ਬਿਮਾਰ ਰਹਿੰਦੇ ਨੇ, that's why I want to just adopt him or to bring him here. Yeah, ਤੁਸੀਂ ਜਿਹੜਾ ਲਫ਼ਜ਼ ਵਰਤਿਆ ਭੈਣ ਜੀ ਉਹੀ ਜਿਹੜਾ ਮੇਰਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਹੋਏਗਾ ਵੀ ਤੁਹਾਨੂੰ ਅਡਾਪਸ਼ਨ ਦੇ ਥਰੂ ਜਾਣਾ ਪਏਗਾ। Okay, so formally adopt ਕਰਨਾ ਪਏਗਾ and adoption How I can do it? ਤੁਸੀਂ ਜੇ ਗੂਗਲ ਕਰੋ ਅਡਾਪਸ਼ਨ ਏਜੰਸੀ ਜਿਹੜੇ ਹੈਗੇ ਆ, ਸੋ ਪਹਿਲਾਂ ਤੁਹਾਨੂੰ ਉਹਨਾਂ ਨਾਲ ਰਜਿਸਟਰ ਹੋਣਾ ਪੈਣਾ ਇੱਥੇ ਯੂਕੇ 'ਚ। ਉਹ ਤੁਹਾਡੀ ਅਸੈਸਮੈਂਟ ਕਰਨਗੇ ਰਾਈਟ। ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਵੀ ਸਾਨੂੰ ਇੰਟਰਨੈਸ਼ਨਲ ਅਡਾਪਸ਼ਨ ਲਈ ਅਸਿਸਟੈਂਸ ਚਾਹੀਦੀ ਆ, ਉਹ ਤੁਹਾਨੂੰ ਪੂਰੀ ਤਰ੍ਹਾਂ ਗਾਈਡ ਕਰਨਗੇ ਤੇ ਐਡਵਾਈਸ ਕਰਨਗੇ ਵੀ ਤੁਹਾਨੂੰ ਕੀ ਕੀ ਕਰਨਾ ਪਏਗਾ। ਜਿਹੜੀ ਅਡਾਪਸ਼ਨ ਹੁੰਦੀ ਹੈ ਭੈਣ ਜੀ, ਇਟਸ ਆਊਟਸਾਈਡ ਆਫ ਦ ਰੀਮਿਟ ਆਫ ਮਾਈ ਐਕਸਪਰਟੀਜ਼, ਹੈ ਨਾ ਵੀ I'm not an expert in adoption. Can I stop you for 1 minute? Your voice is echoing. Is it echoing? Okay. Sorry ਭੈਣ ਜੀ, ਜੇ ਨਹੀਂ ਸੁਣਦਾ ਤਾਂ ਤੁਸੀਂ is that better? ਹੁਣ ਆਵਾਜ਼ ਆ ਰਹੀ ਤੁਹਾਨੂੰ? ਕਾਲ ਡ੍ਰੌਪ ਹੋ ਗਈ ਜੀ ਮੈਨੂੰ ਲੱਗਦਾ ਕਿ ਇਹ ਤੁਸੀਂ ਕੋਈ ਨਹੀਂ, ਦੁਬਾਰਾ ਫਿਰ ਕੋਸ਼ਿਸ਼ ਕਰੋ ਜੀ, ਦੁਬਾਰਾ ਕਾਲ ਲਾਓ ਤੇ ਤੁਹਾਡੀ ਜਿਹੜੇ ਤੁਸੀਂ ਕੁਐਸਚਨ ਪਾਇਆ ਜੀ ਕਿ ਜਿਹੜਾ ਤੁਹਾਡਾ ਯੰਗੈਸਟ ਬ੍ਰਦਰ ਹੈ ਉਹਦਾ ਲੜਕਾ ਜਿਹੜਾ ਇੰਡੀਆ ਦੇ ਵਿੱਚ ਹੈ, ਤੁਸੀਂ ਉਹਨੂੰ ਕਿਸੇ ਤਰ੍ਹਾਂ ਇੱਥੇ ਮੰਗਾਉਣਾ ਚਾਹੁੰਦੇ ਆ ਜੀ। ਬਹੁਤ ਸੋਹਣੀ ਗੱਲ ਵਕੀਲ ਸਾਹਿਬ ਜੀ ਨੇ ਕਹੀ ਹੈ ਕਿ ਅਡਾਪਸ਼ਨ ਜਿਹੜਾ ਹੈਗਾ ਉਹ ਏਜੰਸੀਜ਼ ਜਿਹੜੀਆਂ ਨੇ ਇੰਟਰਨੈਸ਼ਨਲ ਤੌਰ ਤੇ ਤੁਹਾਨੂੰ ਪਹਿਲਾਂ ਉਹਨਾਂ ਦੇ ਨਾਲ ਰਜਿਸਟਰਡ ਹੋਣਾ ਪਏਗਾ ਜੀ। ਯਾ ਸੋ ਜਿਹੜਾ ਅਡਾਪਸ਼ਨ ਪ੍ਰੋਸੈਸ ਹੈ ਉਹ ਕੋਈ ਸਾਲ ਖੰਡ ਦਾ ਲੱਗਦਾ ਹੁੰਦਾ, ਸਾਲ 1.5 ਸਾਲ ਲੱਗ ਜਾਂਦਾ ਹੁੰਦਾ ਜੀ। ਮੇਰੇ ਐਕਸਪੀਰੀਅੰਸ ਤੋਂ ਅਸੀਂ ਕਈ ਕਲਾਇੰਟਸ ਤੇ ਕਰਦੇ ਰਹੇ ਆ ਰਾਈਟ, ਸੋ ਕਾਫੀ ਸਟ੍ਰੇਟ ਫੋਰਵਰਡ ਹੋਣਾ ਚਾਹੀਦਾ। ਸੋ ਤੁਸੀਂ ਕਰ ਸਕਦੇ ਆ ਅਡਾਪਸ਼ਨ। ਜਿੱਦਾਂ ਹੀ ਬੱਚਾ ਅਡਾਪਟ ਹੋ ਜਾਂਦਾ ਫਿਰ ਅਸੀਂ ਉਹਨਾਂ ਦੀ ਇਮੀਗ੍ਰੇਸ਼ਨ ਦਾ ਜਿਹੜਾ ਐਪਲੀਕੇਸ਼ਨ ਹੈ ਉਹ ਲਗਾ ਸਕਦੇ ਹਾਂ ਐਜ਼ ਅ ਡਿਪੈਂਡੈਂਟ ਚਾਈਲਡ। ਇਹਦੇ ਵਿੱਚ ਕਿੰਨਾ ਕੁ ਜਿਹੜਾ ਟਾਈਮ ਲੱਗ ਜਾਂਦਾ? ਆਪਾਂ ਗੱਲ ਕਰਦੇ ਹਾਂ ਜੀ, ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਇਸ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ। ਕੀ ਪੁੱਛਣਾ ਚਾਹੋਗੇ? ਮੇਰੇ ਵਕੀਲ ਸਾਹਿਬ ਨੇ ਇੱਕ ਵੈਰੀ ਸਿੰਪਲ ਕੁਐਸਚਨ ਆ। ਬਹੁਤ ਜਣੇ ਆਪਣੇ ਆਈ ਥਿੰਕ ਇਟਸ ਅ ਕਾਮਨ ਕੁਐਸਚਨ ਕਿ ਬਹੁਤ ਜਣੇ, ਮੇਰਾ ਨਾਮ ਹੈ ਸੁਖਜੀਤ, ਮੈਂ ਬੋਲਦਾ ਸਾਫਲ ਤੋਂ, ਤੇ ਬਹੁਤ ਜਣੇ ਸਾਡੇ ਭੈਣ ਭਰਾ ਇੰਡੀਆ ਕਹਿੰਦੇ ਆ ਕਿ ਵੀ ਸਾਡਾ ਬੇਟਾ ਆਈਲੈਟ ਕਰ ਲਈ ਆ ਤੇ ਉਹ ਇੰਡੀਆ ਇੱਥੋਂ ਪੜ੍ਹਨਾ ਚਾਹੁੰਦੇ ਆ, ਕਮ ਔਨ ਸਟੱਡੀ ਬੇਸਿਸ ਟੂ ਇੰਗਲੈਂਡ। ਤੇ ਜੇ ਉਹ ਸਟੱਡੀ ਬੇਸਿਸ ਤੇ ਆਉਂਦੇ ਆ ਇੱਥੇ ਤੇ ਆਪਣੇ 2 ਸਾਲ 3 ਸਾਲ ਪੜ੍ਹਾਈ ਤੇ ਲਾਉਂਦੇ ਆ, ਉਹਨਾਂ ਦਾ ਚਾਂਸਸ ਕੀ ਹੈਗਾ ਟੂ ਬਿਕਮ ਪਰਮਾਨੈਂਟਲੀ ਰੈਜ਼ੀਡੈਂਟ ਇਨ ਇੰਗਲੈਂਡ? But it's a very good question. Thank you ਤੁਹਾਡੇ ਇਸ ਕੁਐਸਚਨ ਦਾ। ਓਕੇ, ਜਿਹੜਾ ਸਟੂਡੈਂਟ ਵੀਜ਼ਾ ਹੁੰਦਾ ਭਾਜੀ ਉਹ ਨਹੀਂ ਸੈਟਲਮੈਂਟ ਦੀ ਰੂਟ 'ਚ ਜਿਹਦਾ ਲੀਡ ਕਰਦਾ ਹੁੰਦਾ, ਓਕੇ, ਨਾਰਮਲੀ ਰਾਈਟ। ਬਟ ਅੱਜ ਦੀ ਡੇਟ 'ਚ ਇਸ ਤਰ੍ਹਾਂ ਹੋਇਆ ਭਾਜੀ ਵੀ ਹੁਣ ਯੂਕੇ ਸਰਕਾਰ ਨੇ PSW ਰੂਟ ਜਿਹੜਾ ਹੈਗਾ ਉਹ ਲਾਗੂ ਕਰ ਦਿੱਤਾ ਹੈ। ਸੋ ਸਟੂਡੈਂਟਾਂ ਲਈ ਆਪਸ਼ਨ ਇਹ ਹੈਗੀ ਆ ਵੀ ਜੇ ਉਹ ਸਾਲ ਜਾਂ 3 ਸਾਲ ਦਾ ਜਾਂ ਜੋ ਵੀ ਹੈਗਾ ਕੋਰਸ ਕਰਦੇ ਆ ਰਾਈਟ, ਕੋਰਸ ਕੰਪਲੀਟ ਕਰਨ ਤੋਂ ਬਾਅਦ ਉਹ 2 ਜਾਂ 3 ਸਾਲ ਆਪਣਾ PhD ਕੀਤੀ ਤਾਂ 3 ਸਾਲ, ਜੇ PhD ਤੋਂ ਥੱਲੇ ਕੋਈ ਐਪਲੀਕੇਸ਼ਨ ਹੈ 2 ਸਾਲ ਐਕਸਟੈਂਡ ਆਪਣਾ ਕਰ ਸਕਦੇ ਆ। PSW ਪੋਸਟ ਸਟੱਡੀ ਵਰਕ ਉਹਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਆ, ਪਰ ਉਹਦੇ ਵਿੱਚ ਵੀ ਫਿਨਿਸ਼ ਹੋਈ ਵੀ ਉਹਨੂੰ ਮੋੜ ਉਹਦੇ ਵਿੱਚ ਬਟ ਵੀ ਉਹਨਾਂ ਨੂੰ ਟਾਈਮ ਮਿਲ ਜਾਂਦਾ ਆ ਵੀ ਜਿਹੜੀ ਆਪਣੀ ਏਰੀਆ ਹੁੰਦਾ, ਆਪਣਾ ਸਕਿੱਲ ਬਣਾਉਂਦਾ ਰਾਈਟ, ਗਾਂ ਕਿਸੇ ਕੰਪਨੀ ਨਾਲ ਜੌਬ ਅਪਲਾਈ ਕਰਕੇ ਇੰਟਰਵਿਊ ਦੇ ਕੇ ਜੌਬ ਮਿਲ ਜਾਓ ਬੇਸਿਸ ਤੇ ਉਹ 5 ਸਾਲ ਠੀਕ ਹੈ ਭਾਈ। ਉਹ ਜਿੱਦਾਂ ਕਈ ਅਸੀਂ ਹੁਣ ਇੰਗਲੈਂਡ ਬੈਠੇ, ਸਾਨੂੰ ਨਹੀਂ ਪਤਾ ਕਿ ਜੇ ਬੰਦਾ ਸਟੱਡੀ Is that a fact? That's a myth. I'm not an expert on Canada, so ਤੁਹਾਨੂੰ ਗਾਈਡ ਨਹੀਂ ਕਰ ਸਕਦਾ ਇਮੀਗ੍ਰੇਸ਼ਨ ਦਾ ਰਾਈਟ। ਤੁਹਾਨੂੰ ਇਹੀ ਕਹੂੰਗਾ ਕਿ ਜੇ ਤੁਸੀਂ ਕੈਨੇਡਾ ਬਾਰੇ ਸੋਚ ਰਹੇ ਹੋ ਕਿਸੇ ਦੀ ਲੈ ਸਕਦੇ ਆ ਸਾਜੀ ਹੈਗਾ ਕੈਨੇਡਾ ਉੱਪਰ ਇਹ ਵੀ 60 ਰੁਪਏ 60 ਉੱਥੇ $100 right? So, here we have the test and this is a big attraction for the UK. Also,
financial market of the world really. बहुत बारी समझाने कि यार go back, but they think that they misinform they are under that influence from those agents in India. PSW route में फिर भी वापस जाएगा unless कर लो वो जिससे पक्के हो सकते हैं। जी बहुत बहुत धन्यवाद ਤੁਹਾਡਾ ਜੀ। ਫਿਰ ਤੁਸੀਂ ਗੱਲ ਕਰਨੀ ਕਰਦੇ ਤੁਸੀਂ ਸਕਰੀਨ ਦੇ ਉੱਤੇ ਤੇ ਉਹ ਨੋਟ ਕਰ ਲਓ ਜੀ। ਖੁੱਲੇ ਟਾਈਮ ਦੇ ਵਿੱਚ ਤੁਸੀਂ ਨਾਲ ਗੱਲਬਾਤ ਕਰ ਸਕਦੇ ਆ। ਸਿੱਖ ਚੈਨਲ ਦਾ ਜ਼ਰੂਰ ਤੁਸੀਂ ਮੈਂਸ਼ਨ ਕਰਿਓ ਤੇ ਤੁਹਾਨੂੰ ਫਿਰ ਸਹੀ ਐਡਵਾਈਸ ਜਿਹੜੀ ਹੈ ਉਹ ਦੇਣਗੇ। ਤੁਸੀਂ ਕਿ ਪੰਜਾਬ ਦੇ ਵਿੱਚ ਕੌਣ ਜਾਓ ਚਲੇ ਜਾਓ ਉੱਥੇ ਲੇਕਿਨ ਗੱਲ ਕੁਛ ਹੋਰ ਹੁੰਦੀ ਹੈ ਕਿਉਂ ਜੀ ਸਿੰਘ ਜੀ? प्री रिसर्च देखो जे तुसी किसी इंस्ट्रक्ट भी करना है देखो ऑनलाइन हर एक प्रोफाइल होता बाकी नाम तुसी गूगल पर देख सारी मैं कहूँगा भी तुसी सेंस पर इंस्ट्रक्ट करना है जानकारी लेके जी फिर तुसी करो जितना गल कर रहे हैं क्योंकि टाइम जेड़ा PSW ਦੇ ਅੰਡਰ ਉਹ ਆ ਗਿਆ ਹੈਗਾ ਤੇ ਉਹ ਵੀ ਪੱਕਾ ਹੋ ਸਕਦਾ ਜਾਂ ਕੋਈ ਆਈਲੈਟਸ ਕਰਕੇ ਪੜ੍ਹਨ ਦੇ ਵਿੱਚ ਆ ਜਾ ਪੈਸੇ ਨਾ ਹੋਵੇ ਸਾਲ ਪੜ੍ਹਦਾ ਸੀ 3 ਸਾਲ ਸੀਗਾ ਕੋਈ ਉਸ ਤੋਂ ਪਾਸ ਵੀ ਜਿਹੜਾ ਉਹ ਆਪਣੇ ਆਪ ਨੂੰ ਕਨਵਰਟ ਕਰ ਸਕੇ ਵਰਕ ਟਾਈਮ ਨਹੀਂ ਸੀ ਕਿਸੇ ਕੋ ਤੁਸੀਂ ਜਾਂ ਤਾਂ ਆਪਣੀ ਗਾਂ ਬਣਾਓ ਜੀ ਕਿਤੇ ਵੀ ਕੰਮ ਕਰ ਸਕਦਾ ਸਰਕਾਰ ਦੀ ਕੋਸ਼ਿਸ਼ ਹਾਂਜੀ बच्चा हो गया तो फिर उस वो चीजें बन जानी ਪੁੱਛੋ ਹੋਵੇ ਕਿ ਜਿਹੜਾ ਹੁਣ ਤੁਹਾਨੂੰ ਵਿੱਚ ਹੀ ਦੱਸਦਾ ਰਾਹ ਲੇਕਿਨ ਹੁਣ ਬੰਦਾ ਉੱਥੋਂ ਤੋਂ ਨਾ ਸਾਰਾ ਕੁਝ ਹਾਂਜੀ ਫਿਰ ਪਲੱਸ ਜਿਸਨੇ ਵੀ ਆਉਣਾ ਆ ਆਪਣੀ ਜੇਬ ਵਿੱਚ ਰੁਪਈਏ ਡਾਲਰ ਜਾਂ ਪਾਉਂਡ ਪਾ ਕੇ ਆਵੇ ਇਹਦਾ ਖਰਚਾ ਪੜਾਈ ਬਿਲਕੁਲ ਕਿਉਂਕਿ ਸਾਡੇ ਭੈਣ ਭਾਈ ਸਾਡੇ ਬਜ਼ੁਰਗ ਜਿਹੜੇ ਮੇਰੇ ਦਿੱਤਾ ਤਾਂ ਮੈਂ ਜੀ ਇਹਨੂੰ ਕਮਾਉਣਾ ਵੀ ਚਾਹੀਦਾ ਉਹਦੇ ਸਿਲੇਬਸ ਦੀ ਫੀਸ ਵੀ ਦੇਣੀ ਗੱਲਬਾਤ ਕਰੀਏ ਇਸ ਵੇਲੇ ਗਵਰਨਮੈਂਟ ਨੇ ਕਿਹਾ ਕਿ ਕੋਲ ਉਹਨਾਂ ਦਾ ਕੀ ਇਹ ਫੈਸਲਾ ਕਿਧਰਲੇ ਪਾਸੇ ਜਾਏਗਾ ਜੀ ਕਹਿਣਾ ਔਖਾ ਹੈ ਅਸਾਈਲਮ ਦੇ ਜਿਹੜੇ ਸਾਡੇ ਐਕਸਪਰਟ ਹੈ ਮਿਸਟਰ ਲਖਵਿੰਦਰ ਸਿੰਘ ਜਿਹੜੇ ਸਾਡੇ ਨਾਲ ਨੋਰਮਲੀ ਆਉਂਦੇ ਹੁੰਦੇ ਆ ਉਹ ਜਿਹਦਾ ਅੱਜ ਨਹੀਂ ਆ ਸਕੇ ਕਿਸੇ ਵਜ੍ਹਾ ਨਾਲ ਪਰ ਇਹੀ ਸਵਾਲ ਜਿਹੜਾ ਹੈਗਾ ਆਪਾਂ ਅਗਲੀ ਵਾਰ ਉਹਨਾਂ ਪਾਸੇ ਰੱਖ ਕੋਲੋਂ ਆਪਾਂ ਜ਼ਰੂਰ ਜਾਵਾਂਗੇ ਕਿਉਂਕਿ ਉਹ ਐਕਸਪਰਟ ਹੈ ਜੀ ਤੇ ਐਕਸਪਰਟ ਤੇ ਤੁਸੀਂ ਵੀ ਹੋ ਲੇਕਿਨ ਉਹਨਾਂ ਦਾ ਇੱਕ ਡਿਪਾਰਟਮੈਂਟ ਉਹਨਾਂ ਦਾ ਆਇਆ ਹੈ ਜੀ ਉਹ ਜ਼ਿਆਦਾ ਮੇਰੇ ਤੋਂ ਐਕਸਪਰਟ ਹੈ ਉਸ ਚੀਜ਼ ਜੀ ਉਹ ਕਰ ਸਕਦੇ ਜਵਾਬ ਦੇ ਸਕਦੇ ਕੇਵਲ ਸਿੰਘ ਜੀ ਆਪਾਂ ਜੇ ਗੱਲ ਕਰੀਏ ਤੇ ਲਾਸਟ ਦੇ ਵਿੱਚ ਕਿਉਂਕਿ 2-2.5 ਮਿੰਟ ਦਾ ਟਾਈਮ ਆਪਣੇ ਕੋਲ ਆ ਤੁਸੀਂ ਜਿਹੜੇ ਸਾਡੇ ਪਿਆਰੇ ਦਰਸ਼ਕ ਇਸ ਵੇਲੇ ਜੁੜੇ ਹੋਏ ਨੇ
ਉਹਨਾਂ ਨੂੰ ਕੀ ਤੁਸੀਂ ਇੱਕ ਮੈਸੇਜ ਜਿਹੜਾ ਹੈਗਾ, ਇੱਕ ਸੁਨੇਹਾ ਜਿਹੜਾ ਉਹ ਤੁਸੀਂ ਕੀ ਆਪਣੇ ਵੱਲੋਂ ਦੇਣਾ ਚਾਹੋਗੇ? ਮੈਂ ਇਹੀ ਕਹੂੰਗਾ ਜਿਹੜੇ ਇੰਡੀਆ 'ਚ ਭੈਣ ਭਾਈ ਆ ਜਾਂ ਕਿਤੇ ਵੀ ਯੂਰਪ ਦੇ ਵਿੱਚ ਵੀ ਹੈਗੇ ਆ, ਅਗਰ ਉਹਨਾਂ ਦਾ 30 ਤਰੀਕ ਤੋਂ ਲੰਘ ਵੀ ਗਿਆ ਫਿਰ ਵੀ ਉਹਨਾਂ ਦਾ ਜਾਣੀ ਕਿ ਸਲਾਹ ਲੈ ਕੇ ਡਿਸਕਸ ਕਰ ਲੈਣਾ ਚਾਹੀਦਾ। ਸਲਾਹ ਫ੍ਰੀ ਦਿੰਦੇ ਆ, ਕੋਈ ਕੋਸਟ ਨਹੀਂ ਆਉਂਦੀ। ਹੋ ਸਕਦਾ ਉਹਨਾਂ ਦਾ ਕੁਝ ਬਨਸਬ ਹੋ ਸਕਦਾ ਹੋਵੇ ਜਾਂ ਨਾ ਹੋ ਸਕਦਾ ਹੋਵੇ, ਨਾ ਤਾਂ ਹੈ ਹੀ ਹੈ, ਸ਼ਾਇਦ ਵਾਹਿਗੁਰੂ ਕਿਤੇ ਹਾਂ ਕਰ ਦੇਵੇ ਹੈ ਜੀ। ਸਾਨੂੰ ਪੋਜ਼ਿਟਿਵ ਲੈ ਕੇ ਚੱਲਣਾ ਚਾਹੀਦਾ ਔਰ ਗਾਂਹ ਵਾਸਤੇ ਕੋਈ ਵੀ ਕਾਨੂੰਨ ਆਉਂਦਾ ਹੈਗਾ ਸਾਡੇ ਫਾਇਦੇ ਵਾਸਤੇ, ਸਾਨੂੰ ਉਹਦਾ ਸ਼ੁਰੂ ਤੋਂ ਹੀ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ। ਤਰੀਕ ਇਹ ਐਂਡ ਤੇ ਨਹੀਂ ਜਾਣਾ ਚਾਹੀਦਾ ਹੈ ਜੀ, ਜਿਹੜਾ ਕਿ ਅਸੀਂ ਪੰਜਾਬੀ ਕਰ ਦਿੰਦੇ ਆ। ਆਮ ਸੌਰੀ, ਇਸ ਚੀਜ਼ ਇਹ ਨਹੀਂ ਕਿ ਬਾਕੀ ਨਹੀਂ ਕਰਦੇ, ਬਾਕੀ ਵੀ ਕਰਦੇ, ਅਸੀਂ ਪੰਜਾਬੀਆਂ ਕਰਕੇ ਅਸੀਂ ਤਾਂ ਆਪਣੇ ਆਪ ਹੀ ਦੱਸਣਾ, ਦੂਜੇ ਨੂੰ ਥੋੜੀ ਮਾੜਾ ਕਹਿ ਸਕਦੇ ਆ ਹੈ ਜੀ। ਸਾਨੂੰ ਜਾਣੀ ਕਿ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ। ਸੰਭਲ ਕੇ, ਜਿੱਦਾਂ ਆਪਾਂ ਕਹਿ ਲਈਏ ਵੀ ਘੋਲੀ ਵੀ ਬੰਦਾ ਬਣ ਜਾਂਦਾ ਨਾ ਕਈ ਵਾਰੀ। ਕੋਈ ਨਹੀਂ ਜੇ ਕਹਿਣਾ ਬੜਾ 30 ਜੂਨ ਹੋ ਜੀ ਬਹੁਤ ਦੂਰ ਆ ਪਈ, ਐਉਂ ਕਰਦਾ 2 ਮਹੀਨੇ 3 ਮਹੀਨੇ ਲਗਾ ਦਿੰਦਾ, ਤੇ ਫਿਰ ਜਦੋਂ ਬਿਲਕੁਲ ਸਿਰ ਤੇ ਆ ਜਾਂਦੀ ਹੈ 30 ਜੂਨ, ਫਿਰ ਕਹਿੰਦਾ ਉਹ ਦਿਨ ਥੋੜੇ ਰਹਿ ਗਏ, ਹੁਣ ਕਰੀਏ। ਸੱਚ ਮੈਂ ਕਹਾਂ ਸਾਡੇ ਤੇ ਵੀ ਮੇਰੇ ਕਿਤੇ ਖੁਦ ਲਾਗੂ ਹੁੰਦਾ। ਮੈਂ ਵੀ ਕਈ ਵਾਰ ਕਈ ਕੰਮ ਕਰਨੇ ਹੁੰਦੇ, ਕਹਿੰਦੇ ਨੇ ਯਾਰ ਹਾਲੇ ਟਾਈਮ ਹੈਗਾ, ਪਰ ਲੇਕਿਨ ਜਿੱਦਾਂ ਸਾਡੀ ਬਾਣੀ ਵਿੱਚ ਵੀ ਕਿਹਾ ਕੱਲ ਨੂੰ ਨਾ ਕਰ, ਉਹ ਹੁਣੇ ਹੀ ਕਰ। ਉਹ ਜਿੱਦਾਂ ਕਹਾਵਤ ਹੈ ਵੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ, ਕੱਲ ਤੇ ਨਾ ਛੱਡ। ਬਿਲਕੁਲ ਜੀ। ਗੁਰਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਪਿਆਰੇ ਜਿਨ੍ਹਾਂ ਨੇ ਇਸ ਵੇਲੇ ਕਾਲਰ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਆਪਣੇ ਜਵਾਬ ਵੀ ਜਿਹੜੇ ਲਏ ਨੇ, ਤੇ ਹੋਰ ਵੀ ਕਾਲਰ ਜਿਹੜੇ ਨੇ ਜਾਂ ਕਈ ਇਸ ਵੇਲੇ ਪਿਆਰੇ ਦਰਸ਼ਕ ਸੁਣ ਵੀ ਰਹੇ ਨੇ, ਕੀ ਉਹਨਾਂ ਨੂੰ ਮੈਸੇਜ ਜਿਹੜਾ ਦੇਣਾ ਚਾਹੋਗੇ ਆਪਣੇ ਵੱਲੋਂ? ਜੀ ਮੈਂ ਇਹੀ ਕਹਿਣਾ ਚਾਹੂੰਗਾ, ਅੱਜ ਦੀ ਡੇਟ 'ਚ ਜਿਹੜਾ ਇਮੀਗ੍ਰੇਸ਼ਨ ਯੂਕੇ ਦਾ ਬਹੁਤ ਅਟਰੈਕਟਿਵ ਹੈ। ਜੇ ਕਿਸੇ ਨੇ ਆਪਣਾ ਬਿਜ਼ਨਸ ਕਰਨਾ, ਕਿਸੇ ਨੇ ਪੜ੍ਹਨ ਆਉਣਾ ਜਾਂ ਕਿਸੇ ਨੇ ਕੰਮ ਕਰਨ ਆਉਣਾ, ਇਹ ਤਿੰਨੇ ਰਾਹ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਇੱਥੇ ਪੱਕਾ ਬਣਾ ਸਕਦੇ ਨੇ ਜੀ। ਕੱਚੇ ਹੋ ਕੇ ਨਾ ਰਹੋ, ਕੱਚੇ ਤਰੀਕੇ ਨਾਲ ਨਾ ਇੱਥੇ ਆਓ। ਆਪਣਾ ਜੇ ਤੁਹਾਡਾ ਕੋਈ ਹੈਗਾ ਪਿੱਛੇ, ਅਗਲੇ ਨੂੰ ਕਹੋ ਵੀ ਤੁਸੀਂ ਆਪਣੀ ਇੰਗਲਿਸ਼ ਵਧੀਆ ਪੜ੍ਹੋ, ਜਿੰਨੀ ਤੁਹਾਨੂੰ ਇੰਗਲਿਸ਼ ਆਏਗੀ ਉਨਾ ਹੀ ਇੱਥੇ ਇੰਗਲੈਂਡ 'ਚ ਆਉਣਾ ਸੌਖਾ ਹੋ ਜਾਂਦਾ ਜੀ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਪ੍ਰੋਪਰ ਤਰੀਕੇ ਦੇ ਨਾਲ ਜੀ ਜਿਹੜੇ ਇੱਥੋਂ ਦੀ ਸਰਕਾਰ ਨੇ ਫਾਇਦੇ ਜਿਹੜੇ ਦਿੱਤੇ ਨੇ, ਉਹ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਫਾਇਦਿਆਂ ਨੂੰ ਲਵੋ, ਨਾ ਕਿ ਇਹ ਕਿ ਤੁਸੀਂ ਜਾਲੀ ਤੌਰ ਤੇ ਇੱਥੇ ਆਓ, ਇੱਥੇ ਆ ਕੇ ਤੁਸੀਂ ਕਹਦੇ ਜੀ ਮੈਂ ਪੱਕਾ ਹੋਣਾ ਆ, ਇੱਥੇ ਆ ਕੇ ਇਦਾਂ ਦੀਆਂ। ਲੇਕਿਨ ਨਹੀਂ, ਜਿਵੇਂ ਪਿਆਰੇ ਦਰਸ਼ਕੋ ਸਾਡੇ ਵਕੀਲ ਸਾਹਿਬ ਜੀ ਕਹਿ ਰਹੇ ਨੇ ਕਿ ਤੁਸੀਂ ਪ੍ਰੋਪਰ ਤਰੀਕਾ ਜਿਹੜਾ ਆ ਉਹ ਯੂਜ਼ ਕਰਕੇ ਲੀਗਲੀ ਤੌਰ ਤੇ ਕਿਹੜੇ ਤਰੀਕੇ ਨਾਲ ਤੁਸੀਂ ਆਉਣਾ ਚਾਹੋਗੇ। ਸਰਕਾਰ ਨੇ ਬਹੁਤ ਸਾਰੇ ਮੌਕੇ ਜਿਹੜੇ ਆ ਤੁਹਾਡੇ ਵਾਸਤੇ ਖੋਲ੍ਹ ਦਿੱਤੇ ਨੇ ਕਿ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਆ, ਤੁਸੀਂ ਉਹਨੂੰ ਬੁਲਾ ਸਕਦੇ ਆ, ਤੁਸੀਂ ਉਹਨੂੰ ਸੱਦ ਸਕਦੇ ਆ। ਪਰ ਆਓ ਸਾਡੇ ਵਕੀਲ ਸਾਹਿਬ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਆ ਜੀ, ਮੋਬਾਈਲ ਨੰਬਰ। ਤੁਸੀਂ ਕੱਲ ਨੂੰ ਵੀ ਫੋਨ ਕਰ ਸਕਦੇ ਹੋ, ਪਰਸੋਂ ਕਰ ਸਕਦੇ ਹੋ, ਵੀਕ ਦੇ ਵਿੱਚ ਜਦੋਂ ਮਰਜ਼ੀ ਇਹਨਾਂ ਨੂੰ ਫੋਨ ਕਰੋ, ਤੁਹਾਨੂੰ ਇਹ ਜ਼ਰੂਰ ਆਨਸਰ ਕਰਨਗੇ ਜੀ। ਤੇ ਸਹੀ ਤੌਰ ਤੇ ਤੁਸੀਂ ਕਿੱਦਾਂ ਅਪਲਾਈ ਕਰਨਾ, ਕਿਸ ਤਰ੍ਹਾਂ ਤੁਸੀਂ ਮੰਗਾ ਸਕਦੇ ਆ, ਇਹ ਸਹੀ ਦਿਸ਼ਾ ਤੁਹਾਨੂੰ ਦੱਸਦੇ ਨੇ। ਕਿਤੇ ਐਸਾ ਨਾ ਹੋਵੇ ਕਿ ਤੁਸੀਂ ਆਪਣੇ ਆਪ ਕਈ ਵਾਰੀ ਅਸੀਂ ਅਪਲਾਈ ਕਰ ਲੈਂਦੇ ਆ ਤੇ ਉਹਦੇ ਵਿੱਚ ਫਿਰ ਸਾਡੇ ਕੰਮ ਬਹੁਤੇ ਖਰਾਬ ਹੀ ਹੋ ਜਾਂਦੇ ਨੇ। ਤੇ ਜਦੋਂ ਖਰਾਬ ਹੋਇਆ ਕੰਮ, ਤੁਹਾਨੂੰ ਪਤਾ ਕੇਵਲ ਸਿੰਘ ਜੀ, ਉਹ ਫਿਰ ਮੁੜ ਕੇ ਸੂਤ ਨਹੀਂ ਆਉਂਦਾ, ਫਿਰ ਉਹ ਬਹੁਤ ਲੰਬਾ ਪ੍ਰੋਸੈਸ ਚੱਲ ਜਾਂਦਾ ਆ। ਸੋ ਪਿਆਰੇ ਦਰਸ਼ਕੋ, ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ। ਇਹ ਸ਼ੋਅ ਅਸੀਂ ਫਿਰ ਆਪ ਜੀ ਦੇ ਵਾਸਤੇ ਲੈ ਕੇ ਹਾਜ਼ਰ ਹੋਵਾਂਗੇ ਜੀ, ਹਰ ਫਰਾਈਡੇ, ਹਰ ਸ਼ੁੱਕਰਵਾਰ 5:30 ਤੋਂ ਲੈ ਕੇ 6:30 ਵਜੇ ਤੱਕ 1 ਘੰਟਾ ਅਸੀਂ ਇਹ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਜੀ। ਕੇਵਲ ਲਾਇਨ ਸੋਲਿਸਟਰ। ਤੁਸੀਂ ਫਿਰ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਇਹਨਾਂ ਦਾ ਮੋਬਾਈਲ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜੀ, ਤੇ ਮੋਬਾਈਲ ਨੰਬਰ ਨੋਟ ਕਰ ਲਓ। ਔਰ ਇਹਨਾਂ ਨੂੰ ਬਾਅਦ ਦੇ ਵਿੱਚ ਵੀ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ, ਔਰ ਕਾਲ ਤੁਹਾਡੀ ਫ੍ਰੀ ਆਫ ਕਾਸਟ ਹੈਗੀ ਜੀ। ਬਿਲਕੁਲ ਜਕੋ ਨਾ, ਝਕੋ ਨਾ, ਤੱਕੋ ਨਾ, ਤੇ ਇਸ ਵੇਲੇ ਆਪਣਾ ਫਾਇਦਾ ਜ਼ਰੂਰ ਉਠਾਓ ਜੀ। ਇਹ ਤੁਹਾਨੂੰ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ। ਸੋ ਇਹਦੇ ਵਿੱਚ ਜਿਨ੍ਹਾਂ ਨੇ ਵੀ ਕਾਲਾਂ ਕੀਤੀਆਂ ਨੇ, ਅਸੀਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਆਪਣੇ ਰਿਸ਼ਤੇਦਾਰਾਂ ਤੱਕ ਵੀ ਇਹ ਗੱਲ ਦੱਸਿਆ ਕਰੋ ਕਿ ਸਿੱਖ ਚੈਨਲ ਤੋਂ ਕੇਬਲ ਐਂਡ ਸੋਲਿਸਟਰ ਜਿਹੜੇ ਨੇ ਤੁਹਾਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਨੇ, ਤੁਹਾਡਾ ਸਹੀ ਜਵਾਬ ਦੇ ਰਹੇ ਨੇ ਜੀ। ਆਓ ਮਿਲਦੇ ਹਾਂ ਜੀ ਅਗਲੇ ਸ਼ੁੱਕਰਵਾਰ 5:30 ਤੋਂ ਲੈ ਕੇ 6:30 ਵਜੇ ਤੱਕ। ਸਾਨੂੰ ਦਿਓ ਇਜਾਜ਼ਤ। ਸਰਦਾਰ ਕੇਵਲ ਸਿੰਘ ਜੀ, ਕੇਵਲ ਐਂਡ ਸੋਲਿਸਟਰ, ਸਰਦਾਰ ਗੁਰਜਿੰਦਰ ਸਿੰਘ ਜੀ ਤੇ ਮੈਂ ਚਰਨਜੀਤ ਸਿੰਘ ਜੀ, ਤੇ ਸਾਡੇ ਨਾਲ ਸਹਾਇਕ ਨੇ ਤਲਵਿੰਦਰ ਸਿੰਘ ਜੀ ਲਾਲੀ। ਦਿਓ ਸਾਨੂੰ ਇਜਾਜ਼ਤ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਥੈਂਕ ਯੂ ਲਾਲੀ ਤੇਰਾ ਬਾਈ। ਵਧੀਆ ਸੀ ਸ਼ੋਅ ਅੱਜ। ਸ਼ੋਅ ਤਾਂ ਬਹੁਤ ਸੋਹਣਾ ਹੈ।